ਅੱਛਾ। ਹੈਲੋ। ਹਾਂਜੀ ਹਾਂਜੀ ਹਾਂਜੀ। ਇਹ ਤੇਜਿੰਦਰ ਸਿੰਘ ਜੀ ਲੱਗਦੇ ਆ ਮੈਨੂੰ, ਕਿਸੇ ਗਲਫ ਅਰਬ ਕੰਟਰੀ ਚੋਂ। ਹਾਂਜੀ ਹਾਂਜੀ। ਤੁਸੀਂ ਤਾਂ ਬਾਈ ਜੀ ਕਹਿੰਦੇ ਸੀਗੇ ਵੀ ਮੈਂ ਗੱਲਬਾਤ ਨਹੀਂ ਕਰਨੀ, ਹੁਣ ਤੋਂ ਮੇਰੇ ਤੋਂ ਗਲਤੀ ਹੋ ਗਈ ਜਦੋਂ ਨੇਕੀ ਵਾਲੇ ਦੇ ਬਾਰੇ ਕੋਈ ਗੱਲਬਾਤ ਹੋਈ ਸੀ ਜੀ। ਨਹੀਂ ਉਹ ਤਾਂ ਗੱਲ ਉਹਨਾਂ ਨਾਲ ਹੋਈ ਨਾ, ਉਹਦੇ ਆਪਣੇ ਜਾਗਰੂਕ ਪ੍ਰਚਾਰ ਗਈ ਨਾ, ਉਹਨਾਂ ਨਾਲ ਤਾਂ ਸਾਡੀ ਪੁਰਾਣੀ ਦੋਸਤੀ ਸੀ ਨਾ, ਉੱਥੇ ਗੱਲ ਕਰਦੇ ਦੇਖਦੇ। ਤੇ ਤੁਸੀਂ ਵੀ ਜੇ ਗੱਲ ਨੂੰ ਵੱਧ ਚੜਾ ਕੇ ਲਿਖੋਗੇ ਜਾਂ ਕੈਪਸ਼ਨ ਦੇਖ ਕੇ ਇਦਾਂ ਪਾਓਗੇ ਇਹਦਾ ਚੇਲਾ ਫਲਾਣਾ ਚੇਲਾ, ਤੇ ਤੁਹਾਨੂੰ ਵੀ ਮਤਲਬ ਨਹੀਂ ਚੇਲੇ ਤਾਂ ਫਿਰ ਜਿਹਨੂੰ ਤੁਸੀਂ ਸਪੋਰਟ ਕਰਦੇ ਹੋ ਉਹਦੇ ਚੇਲੇ ਕਹਾਉਣ 'ਚ ਹਰਜ ਕੋਈ ਨਹੀਂ ਨਾ ਹੈਗਾ ਜੀ। ਨਹੀਂ, ਜਿੱਦਾਂ ਹੁਣ ਤੁਹਾਨੂੰ ਸਪੋਰਟ ਕਰਦੇ ਹੋ ਤੁਹਾਡੇ ਚੇਲੇ ਤਾਂ ਨਹੀਂ ਸਾਰੇ ਤੁਹਾਨੂੰ ਸਪੋਰਟ ਕਰਦੇ। ਨਹੀਂ ਮੇਰੇ ਚੇਲੇ ਕਿੱਦਾਂ ਹੋ ਗਏ, ਹੁਣ ਹਰਦੇਵ ਸਿੰਘ ਜੰਮੂ ਉਹਨਾਂ ਨਾਲ ਮੇਰੀਆਂ ਕਈ ਗੱਲਾਂ ਤੇ ਨਹੀਂ ਵਿਚਾਰ ਰਲਦੇ ਹੈਗੇ ਜੀ, ਅਸੀਂ ਖੁੱਲ੍ਹ ਕੇ ਡਿਸਕਸ਼ਨ ਕਰਦੇ ਹਾਂ ਉਹਦੇ ਤੇ। ਚੇਲਾ ਤਾਂ ਹੋ ਗਿਆ ਜਿਹੜਾ ਅੱਖਾਂ ਵਿੱਚ ਕੇ ਬਣੀ ਜਾਂਦਾ ਹੈ। ਉਹ ਤਾਂ ਤੁਹਾਡਾ ਆਪਣਾ ਵਿਸ਼ਾ ਹੈ ਨਾ, ਜੋ ਤੁਸੀਂ ਕਰਦੇ, ਜਿੱਦਾਂ ਤੁਹਾਡੇ ਬਖਰਾਉਣੇ ਹੋਣਗੇ ਤੁਸੀਂ ਉਹਨਾਂ ਨਾਲ ਸਹਿਮਤ ਨਹੀਂ ਹੋਵੋਗੇ। ਨਹੀਂ ਹਾਂ ਹੈਗੇ ਨਾ, ਪਰ ਹੁਣ ਜਿਹੜਾ ਹੁਣ ਜਿਵੇਂ ਢੱਡਰੀਆਂ ਵਾਲੇ ਦੀ ਆਪਾਂ ਗੱਲ ਕਰੀਏ, ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਨਹੀਂ ਹਜਮ ਹੋ ਰਹੀਆਂ ਢੱਡਰੀਆਂ ਵਾਲਿਆਂ ਦੀਆਂ ਜੀ। ਯੂ ਟਰਨ ਹੈ, ਤੁਸੀਂ ਉਹਨਾਂ ਦੀਆਂ ਅਗਰ ਗਲਤ ਗੱਲਾਂ ਨੂੰ ਵੀ ਡਿਫੈਂਡ ਕਰੀ ਜਾਂਦੇ ਹੋ ਫਿਰ ਤੁਸੀਂ ਚੇਲੇ ਹੀ ਹੋ ਗਏ ਨਾ ਉਹਦੇ, ਅੰਨੇ ਭਗਤ ਕਹੂੰਗਾ ਜੀ ਫਿਰ ਤਾਂ ਮੈਂ ਕਦੋਂ ਅੱਜ ਤੱਕ ਉਹਨਾਂ ਦੀ ਗੱਲ ਏਦਾਂ ਦੀ ਰੱਖੀ ਹੈ ਵੀ ਢੰਡੇ ਆਪਸ ਸਹੀ ਹੈ ਤੇ ਆਪਸ ਨਹੀਂ ਸਹੀ, ਮੈਂ ਕਦੀ ਗੱਲ ਕੀਤੀ ਕਿਸੇ ਨਾਲ? ਤੁਹਾਡੀ ਉਹ ਵੀਡੀਓ ਸੀਗੀ ਜਿਹਦੇ ਤੁਸੀਂ ਉਹ ਕਾਲ ਕਰ ਰਹੇ ਸੀ ਮੁੰਡੇ ਜਰਮਨੀ ਵਾਲਿਆਂ ਨੂੰ, ਤੇ ਉੱਥੇ ਕੋਈ ਗੱਲਬਾਤ ਹੋਈ ਸੀ ਤੇ ਫਿਰ ਨੇਕੀ ਨੇ ਪਤਾ ਨਹੀਂ ਔਨ 에ਅਰ ਤਾਂ ਨਹੀਂ ਤੁਹਾਨੂੰ ਛੇਕਿਆ, ਤੇ ਯਾਨੀ ਪਰ ਤੁਸੀਂ ਆਪਣੀ ਵੀਡੀਓ ਪਾਈ ਸੀ ਮੇਰੇ ਤੋਂ, ਹੁਣ ਮੈਂ ਆਪਣੇ ਆਪ ਨੂੰ ਮੇਰੇ ਰਾਣੇ ਪਤਾ ਜਦੋਂ ਮੇਰੇ ਨਾਲ ਜੋੜ ਕੇ ਤੁਸੀਂ ਹਰਨੇਕ ਸਿੰਘ ਨੂੰ ਜਾਂ ਢੰਡੇ ਵਾਲੇ ਨੂੰ ਫਿੱਟ ਕਰੋਗੇ, ਜਿਹਦਾ ਕੈਪਸ਼ਨ ਲਿਖੀ ਜਾਂਦੀ ਉਹਨਾਂ ਦੇ ਜਿਹੜੇ ਪੇਜ ਆ ਨਾ, ਉਹਦੇ ਉੱਤੇ ਕੀ ਕੈਪਸ਼ਨ ਲਿਖਦੇ ਆ, ਦੇਖੋ ਜੀ ਢੰਡਿਆਂ ਵਾਲੇ ਦਾ ਚੇਲਾ, ਆ ਦੇਖੋ ਜੀ ਹਰਨੇਕ ਸਿੰਘ ਦਾ ਚੇਲਾ ਏਦਾਂ ਕਰਦਾ, ਆਹ ਕੀਤਾ ਨੇ ਨਾ, ਤੇ ਫਿਰ ਤੇ ਕਹੇਗਾ ਨਾ ਬੰਦਾ, ਕਹੇਗਾ ਵੀ ਮੈਂ ਵੀ ਫੋਨ ਕਰਦਾ ਰਹੀ ਦੁਬਾਰਾ ਨੂੰ। ਚਲੋ ਦੱਸੋ ਅੱਜ ਕੀ ਗੱਲ ਕਰਨੀ ਹੈ ਜੀ। ਮੈਨੂੰ ਅਸਲ 'ਚ ਸਾਰੀ ਕਹਾਣੀ ਪਤਾ ਨਹੀਂ ਵੀ, ਕਿਉਂਕਿ ਤੁਸੀਂ ਆਪੇ ਮਾਫੀ ਜੀ ਮੰਗਦੇ ਵੀ ਮੇਰੇ ਤੋਂ ਗਲਤੀ ਹੋ ਗਈ, ਫਲਾਣਾ ਹੋ ਗਿਆ, ਤੇ ਅੰਦਰਲੀ ਗੱਲ ਕੀ ਹੈ ਮੈਂ ਦੱਸਦਾ ਨਾ, ਜਿੱਦਾਂ ਤੁਸੀਂ ਹੁਣ ਗੱਲ ਕਰਦੇ ਨਾ, ਕਹਿੰਦੇ ਵੀ ਸਿੱਖ ਧਰਮ ਜਿਹੜਾ ਨਾ ਉਹਦੇ ਵਿੱਚ ਚਮਤਕਾਰ ਨਹੀਂ ਹੁੰਦੇ। ਨਹੀਂ ਹੁੰਦੇ, ਹਾਂਜੀ ਹਾਂ। ਓਕੇ, ਸਿੱਖ ਧਰਮ ਕੌਣ ਆ ਦੱਸ ਦਿਓ ਸਾਨੂੰ, ਬਸ ਇਹ ਪੁੱਛਣਾ, ਮੈਂ ਦੋ ਹੀ ਸਵਾਲ ਆ ਮੇਰੇ ਬਸ ਨਿੱਕੇ ਨਿੱਕੇ। ਹਾਂਜੀ, ਸਿੱਖ ਧਰਮ ਕੌਣ ਆ? ਹਾਂਜੀ, ਇਹ ਤੁਸੀਂ ਕੋਈ ਸੰਪਰਦਾ, ਕੋਈ ਨਾਂ ਲਵੋ ਕਿਸੇ ਦਾ, ਕੋਈ ਕੌਣ ਹੈ ਸਿੱਖ ਧਰਮ? ਸਿੱਖ ਕੌਣ ਹੈਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਯਕੀਨ ਰੱਖੇ ਜੀ, ਔਰ ਉਹਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲੇ, ਉਹ ਸਿੱਖਿਆ ਜੀ। ਉਹ ਤਾਂ ਹਿੰਦੂ ਵੀ ਰੱਖਦੇ, ਉਹ ਤਾਂ ਗੱਲ ਨਹੀਂ ਨਾ ਬਣਦੀ ਕੋਈ ਵੀ। ਕੀ ਰੱਖਦੇ ਨੇ ਹਿੰਦੂ? ਉਹ ਤਾਂ ਵਿਸ਼ਵਾਸ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਦੇ ਆ, ਨਹੀਂ ਰੱਖਦੇ ਹੈਗੇ ਜੀ। ਤੁਸੀਂ ਹਿੰਦੂਆਂ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਸੋ ਕਾਲ ਸਿੱਖ ਨਹੀਂ ਉਹਦੇ ਦੱਸੇ ਹੋਏ ਰਸਤੇ ਤੇ ਚੱਲਦੇ ਜੀ। ਨਹੀਂ, ਸਿੱਖ ਕਿਹੜੇ ਨਹੀਂ ਕਰਦੇ, ਉਹ ਤੁਹਾਨੂੰ ਪਤਾ ਨਾ, ਤੁਹਾਨੂੰ ਇਹ ਪੁੱਛ ਰਿਹਾ ਵੀ ਚਮਤਕਾਰ ਨਹੀਂ ਸਿੱਖ ਮੰਨਦੇ, ਤੁਸੀਂ ਯਾਰ ਸਿੱਖ ਪੰਥ ਜਿਹੜਾ ਨਾ ਚਮਤਕਾਰ ਨਹੀਂ ਮੰਨਦਾ, ਪੰਥ ਮੈਂ ਪੁੱਛਣਾ ਚਾਹੁੰਦਾ ਕੌਣ ਹੈ? ਪੰਥ ਦੀ ਤਾਂ ਮੈਂ ਗੱਲੇ ਨਹੀਂ ਕੀਤੀ, ਮੈਂ ਕਹਿ ਰਿਹਾ ਸਿੱਖੀਜ਼ਮ ਦੇ ਵਿੱਚ ਕੋਈ ਚਮਤਕਾਰ ਨਹੀਂ, ਜਿਹੇ ਜਿਹੇ ਚਮਤਕਾਰ ਦੱਸਦੇ ਨੇ ਆ, ਪੱਥਰ ਰੋਕਤਾ ਜੀ, ਹੇਮਕੁੰਟ ਸਾਹਿਬ ਵਾਲਾ ਵੀ ਚਮਤਕਾਰ ਆ ਜਿਹੜਾ, ਉਹ ਮੈਂ ਪੜ੍ਹੇ ਰਿਹਾ, ਖੈਰ ਬਚਿੱਤਰ ਨਾਟਕੇ ਪੜ੍ਹ ਰਿਹਾ ਮੈਂ, ਪਿਛਲੇ ਲਗਭਗ 60 ਪੇਜ ਪੜ੍ਹ ਚੁੱਕੇ ਆ, ਜਿੱਥੇ ਗੁਰੂ ਗੋਬਿੰਦ ਸਿੰਘ ਸਿੱਖੀਜ਼ਮ ਦੇ ਵਿੱਚ ਮੈਨੂੰ ਪਤਾ ਵੀ ਪਖੰਡ ਤੇ ਹੈ ਨਹੀਂ, ਨਾ ਚਮਤਕਾਰ ਨਹੀਂ ਹੈਗਾ, ਪਰ ਮੈਂ ਗੱਲ ਕਰਦਾ ਜਿਹੜੇ ਮੰਨਦੇ ਸਾਰੇ ਹੈ ਨਾ। ਨਹੀਂ ਤੁਹਾਨੂੰ ਇਹ ਪਤਾ ਹੈਗਾ ਵੀ ਸਿੱਖੀਜ਼ਮ ਦੇ ਵਿੱਚ ਚਮਤਕਾਰ ਨਹੀਂ ਹੈਗਾ, ਤੇ ਪਰ ਤੁਹਾਨੂੰ ਇਹ ਨਹੀਂ ਪਤਾ ਵੀ ਸਿੱਖੀਜ਼ਮ ਕੀ ਆ। ਨਹੀਂ, ਮੈਂ ਤਾਂ ਕਹਿੰਦਾ ਵੀ ਸਾਰੇ ਤਾਂ ਚਮਤਕਾਰ ਮੰਨਦੇ, ਜਿਹੜੇ ਮੇਨ ਜਿਹੜੇ ਜਿੱਥੇ ਟਕਸਾਲਾਂ ਨੇ ਸਾਰੇ, ਜਾਂ ਡੇਰਿਆਂ ਵਾਲੇ ਜਾਂ ਆਪਣੇ ਤਖਤਾਂ ਵਾਲੇ, ਸਾਰੇ ਤਾਂ ਮੰਨਦੇ ਆ, ਜਾਂ ਹੁਣ ਤੇ ਜਾਗਰੂਕ ਵੀ ਮੰਨਦੇ ਚਮਤਕਾਰ। ਨਹੀਂ ਜਾਗਰੂਕ ਵੀ ਮੰਨਦੇ ਆ ਚਮਤਕਾਰ, ਮੈਨੂੰ ਨਹੀਂ ਪਤਾ, ਜਿਹੜਾ ਮੰਨਦਾ ਮੰਨੀ ਜਾਵੇ ਜੀ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਮਤਕਾਰ ਨੂੰ ਕਿਤੇ ਵੀ ਪ੍ਰਮੋਟ ਨਹੀਂ ਕੀਤਾ ਗਿਆ, ਜਿਹੜੇ ਚਮਤਕਾਰਾਂ ਨੂੰ ਇਹ ਮੰਨਦੇ ਨੇ ਜੀ। ਹੁਣ ਤੁਸੀਂ ਕਹਿੰਦੇ ਹੋ ਵੀ ਹਿੰਦੂ ਵੀ ਮੰਨਦੇ ਨੇ, ਮੰਨਣਾ ਗੱਲ ਹੋ ਰਿਹਾ, ਉਹਦੇ ਰਸਤੇ ਤੇ ਚੱਲਣਾ ਗੱਲ ਹੋ ਰਿਹਾ। ਇੱਕ ਤਾਂ ਉਹਨੂੰ ਸਵੇਰ ਸ਼ਾਮ ਪੜ੍ਹ ਲਿਆ, ਨਿਤਨੇਮ ਦੀਆਂ ਬਾਣੀਆਂ ਪੜ੍ਹ ਲਿਆ, ਤੇ ਤੁਹਾਡਾ ਕੰਮ ਮੁੱਕ ਗਿਆ ਧਰਮ ਵਾਲਾ। ਇਹ ਜਿਹੜੇ 1428-29 ਪੰਨੇ ਨੇ, ਇਹ ਸਿਰਫ ਰੱਟਾ ਲਾ ਕੇ ਤੇ ਰੋਜ਼ ਸਵੇਰ ਸ਼ਾਮ ਪੜ੍ਹਨ ਵਾਲੇ ਨਹੀਂ ਗੇ, ਇਹਦੀ ਪੂਜਾ ਨਹੀਂ ਕਰਨੀ, ਇਹਦੇ ਤੇ ਤੁਰ ਕੇ ਦਿਖਾਉਣਾ ਆ। ਤੁਰ ਕੇ ਦਿਖਾਉਂਦੇ ਆ, ਫਿਰ ਪੰਜਾਬ ਤੋਂ ਵੀ ਦਿਖਾਉਂਦੇ ਆ, ਕਿਹਨੇ ਦਿਖਾਇਆ ਦੱਸੋ ਨਾ। ਮੁਸ਼ਕਿਲ ਹੈ, ਉਹ ਤੁਸੀਂ ਤਾਂ ਕਹਿ ਰਹੇ ਹੋ ਵੀ ਹਿੰਦੂ ਵੀ ਇਹਨੂੰ ਮੰਨਦੇ ਨੇ, ਤੁਸੀਂ ਮੈਨੂੰ ਪੁੱਛਿਆ ਵੀ ਸਿੱਖੀਜ਼ਮ ਦਾ ਕੀ ਮਤਲਬ ਆ, ਮੈਂ ਕਿਹਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਇੱਕ ਅਕਾਲ ਪੁਰਖ ਦੇ ਵਿੱਚ ਉਹਦਾ ਅਕੀਦਾ ਹੋਵੇ, ਵਿਸ਼ਵਾਸ ਹੋਵੇ। ਹੁਣ ਮੈਂ ਦੂਜਾ ਸਵਾਲ ਕਰਦਾ ਜੀ। ਨਹੀਂ ਪਹਿਲੇ ਸਵਾਲ ਦਾ ਜਵਾਬ ਮਿਲ ਗਿਆ ਕਿ ਨਹੀਂ? ਨਹੀਂ ਮਿਲਿਆ। ਨਹੀਂ ਫਿਰ ਦੂਜਾ ਕਹਤੇ ਤੁਸੀਂ ਆਪ, ਤੁਹਾਡਾ ਜਦੋਂ ਤੁਹਾਨੂੰ ਇਹ ਪਤਾ ਵੀ ਸਿੱਖੀਜ਼ਮ 'ਚ ਚਮਤਕਾਰ ਨਹੀਂਗਾ, ਪਰ ਸਿੱਖੀਜ਼ਮ ਦਾ ਕੀ ਹੈਗਾ ਇਹ ਤੁਹਾਨੂੰ ਪਤਾ ਨਹੀਂ ਹੈਗਾ। ਤੁਸੀਂ ਕਹਿੰਦੇ ਨਾ ਵੀ ਇੱਕ ਅਕਾਲ ਪੁਰਖ ਤੇ ਵਿਸ਼ਵਾਸ ਕਰੇ, ਉਹਨੂੰ ਕਹਿੰਦੇ ਆ ਨਾ,
ਮੈਂ ਉਹ ਦੂਜੇ ਸਵਾਲ ਤੇ ਆ ਰਿਹਾ ਤਾਂ ਨਹੀਂ, ਕਰਕੇ ਜਦੋਂ ਪਹਿਲੇ ਸਵਾਲ ਦਾ ਜਵਾਬ ਤੁਹਾਨੂੰ ਨਹੀਂ ਮਿਲਿਆ, ਦੱਸੋ ਤਾਂ ਸਹੀ ਨਾ ਕੀ ਨਹੀਂ ਮਿਲਿਆ ਪਹਿਲੇ ਸਵਾਲ ਦਾ ਜਵਾਬ ਤੁਹਾਨੂੰ। ਕਲੀਅਰ ਨਹੀਂ ਹੈ ਨਾ, ਮੈਂ ਇਹ ਪੁੱਛਣਾ ਚਾਹੁੰਦਾ ਕਿ ਕਿਹੜਾ ਸਿੱਖ ਪੰਥ ਪੁੰਥ ਦੀ ਤਾਂ ਮੈਂ ਚਲੋ ਗੱਲ ਨਹੀਂ, ਮੈਂ ਸਿੱਖੀਜ਼ਮ ਦੀ ਗੱਲ ਕੀਤੀ ਹੈ। ਸਿੱਖੀਜ਼ਮ ਉਹ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲੇ, ਉਹ ਸਿੱਖਿਆ ਬੰਦਾ। ਹੁਣ ਤੁਸੀਂ ਕਹਿੰਦੇ ਹੋ ਹਿੰਦੂ ਵੀ ਮੰਨਦੇ ਨੇ, ਇਹਨੂੰ ਮੰਨਣਾ ਹੋ ਰਿਹਾ, ਉਹਦੇ ਤੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਉਹਦੇ ਤੇ ਵਿਚਾਰ ਕਰਨਾ, ਉਹਨੂੰ ਵਿਚਾਰ ਕਰਕੇ ਲਾਗੂ ਕਰਨਾ ਜ਼ਰੂਰੀ ਹੈਗਾ, ਤੇ ਫਿਰ ਤੁਸੀਂ ਸਿੱਖੇ ਹੋ। ਇਹ ਨਹੀਂ ਸਵੇਰ ਸ਼ਾਮ ਪੜ੍ਹਦੇ ਹੋ ਤੇ ਸਿੱਖੀਜ਼ਮ ਤੁਹਾਡਾ ਤੁਸੀਂ ਸਿੱਖ ਹੋਗੇ। ਸਿੱਖੋ ਠੀਕ ਆ, ਮੈਂ ਵੀ ਦੂਜੀ ਗੱਲ ਕਰਨਾ ਦਾ ਦੂਜਾ ਸਵਾਲ ਨਹੀਂ, ਪਰ ਪਹਿਲਾਂ ਕਲੀਅਰ ਹੋਇਆ ਕਿ ਨਹੀਂ? ਆਪਾਂ ਉਹੀ ਨਾ, ਦੂਜੇ ਤੇ ਤੁਸੀਂ ਛੇਤੀ ਜਾ ਰਹੇ ਹੋ, ਪਹਿਲਾਂ ਅੱਗਾ ਦੌੜ ਪਿੱਛੇ ਚੌੜ ਵਾਲੀ ਗੱਲ ਹੋ ਜਾਂਦੀ ਹੈ। ਪਹਿਲਾਂ ਮੈਂ ਕਹਿੰਦਾ ਵੀ ਜਿੰਨੇ ਕਿ ਸਿੱਖ ਮੈਂ ਦਿਖਣ ਦਿਆ ਨਾ, ਉਹ ਸਾਰੇ ਚਮਤਕਾਰ ਨੂੰ ਮੰਨਦੇ ਆ। ਮੈਂ ਕਲੀਅਰ ਕਿੱਦਾਂ ਹੋਗਾ? ਉਹ ਨਹੀਂ, ਉਹ ਮੰਨਦੇ ਹੋਣਗੇ, ਫਿਰ ਉਹ ਨਹੀਂ ਹੈਗੇ ਸਿੱਖ। ਜੋ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਜਿਹਨਾਂ ਨੇ 5 ਕਕਾਰ ਪਾ ਲਏ ਉਹ ਸਿੱਖ ਨੇ? ਤੁਹਾਨੂੰ ਕੀ ਲੱਗਦਾ? ਅੱਛਾ ਚਲੋ, ਜਿਹੜਾ ਢੱਡਰੀਆਂ ਵਾਲਾ ਆ, ਮੈਨੂੰ ਕੋਈ ਝੰਡੇ ਵਾਲੇ ਤੇ ਨਾ ਜਾਓਗੇ ਨਾ ਜਾਣਾ ਪੈਣਾ ਨਾ। ਜਦੋਂ ਤੁਸੀਂ ਸੰਪਰਦਾਵਾਂ ਗਣਾਤੀਆਂ, ਤੁਸੀਂ ਅਕਾਲ ਤਖਤ ਸਾਹਿਬ ਵਾਲੇ ਗਣਾਤੇ, ਤੁਸੀਂ ਟਕਸਾਲੀ ਗਣਾਤੇ, ਤੇ ਫਿਰ ਅਪਗ੍ਰੇਡ ਵੀ ਤਾਂ ਗਿਣੀ ਹੈ ਨਾ। ਜਿਹੜਾ ਢੱਡਰੀਆਂ ਵਾਲਾ ਆ ਉਹ ਸਿੱਖ ਹੈਗਾ ਕਿ ਨਹੀਂ ਹੈਗਾ ਤੁਹਾਡੇ ਹਿਸਾਬ ਨਾਲ? ਬਾਕੀ ਤਾਂ ਤੁਸੀਂ ਗਣਾਤੇ ਵੀ ਨਹੀਂ। ਸੁਣ ਲਓ ਫਿਰ ਹਾਂਜੀ, ਢੰਡਿਆਂ ਦਾ ਜਿਹੜਾ ਪ੍ਰਚਾਰ ਕਰਦੇ ਆ ਉਹ ਕੀ ਕਹਿੰਦੇ ਆ? ਕਿਸੇ ਨੂੰ ਜਿਹੜੀ ਇਦਾਂ ਦੀ ਕੋਈ ਕਰਾਮਾਤ ਹੈਗੀ ਜਾਂ ਅਕਾਲ ਪੁਰਖ ਹੈਗਾ ਤੇ ਵਿਸ਼ਵਾਸ ਕਰੋ। ਮੇਰਾ ਸਵਾਲ ਇਹ ਹੈਗਾ ਵੀ ਉਹ ਸਿੱਖ ਹੈ ਕਿ ਨਹੀਂ ਹੈ, ਮੇਰਾ ਇਹ ਸਵਾਲ ਆ। ਨਹੀਂ, ਮੈਂ ਨਹੀਂ ਕਹਿੰਦਾ ਕਿ ਸਿੱਖ ਹੈਗਾ ਨਾ ਨਹੀਂ ਹੈਗਾ। ਮੈਂ ਬਾਕੀਆਂ ਬਾਰੇ ਤਾਂ ਦੱਸਤਾ ਤੁਸੀਂ ਵੀ ਸਿੱਖ ਨਹੀਂ ਹੈਗੇ ਸਾਰੇ ਹੀ। ਨਹੀਂ, ਤੁਸੀਂ ਦੱਸਿਆ, ਮੈਂ ਥੋੜਾ ਦੱਸਿਆ, ਇਹਨੂੰ ਤੁਸੀਂ ਕਿਹਾ ਨਾ। ਤੁਸੀਂ ਕਿਹਾ ਵੀ ਕੋਈ ਮੰਨਦਾ ਹੀ ਨਹੀਂ ਗਾ ਇਹਨੂੰ, ਚਮਤਕਾਰਾਂ ਨੂੰ ਮੰਨਦੇ ਨੇ, ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਕੋਈ ਵੀ ਨਹੀਂ ਚੱਲਦਾ। ਜਿਹੜੇ ਚਮਤਕਾਰ ਸਾਰੇ ਮੰਨਦੇ, ਪੰਜਾਬ ਦੇ ਵਿੱਚ ਸਾਰੇ ਮੰਨਦੇ ਆ। ਤੁਸੀਂ ਕਿਹਾ ਵੀ ਉਹ ਸਿੱਖ ਨਹੀਂ ਹੈਗੇ, ਬਸ ਮੈਂ ਥੋੜਾ ਕਿਹਾ। ਮੈਂ ਕਹਿ ਰਿਹਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਢੱਡਰੀ ਸਿੱਖ ਹੈਗਾ ਕਿ ਨਹੀਂ ਹੈਗਾ, ਤੁਸੀਂ ਚਮਤਕਾਰਾਂ ਨਾਲ ਜੋੜਤਾ। ਢੱਡਰੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਚੱਲਣੇ, ਢੱਡਰੀਆਂ ਵਾਲੇ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਣ ਦੇਣੇ ਨਹੀਂਗਾ। ਨਹੀਂ, ਮੈਂ ਤੁਹਾਨੂੰ ਦੱਸਦਾ ਨਾ, ਨਹੀਂ ਲੈਣਾ ਦੇਣਾ ਮੈਨੂੰ ਤਾਂ ਦਿਖਣ ਦਿਆ ਕਿਤੇ ਹੈਗਾ। ਮੈਂ ਢੱਡਰੀ ਵਾਲੇ ਦੀ ਗੱਲ ਕੀਤੀ ਹੈ, ਤੁਸੀਂ ਬਾਕੀ ਦੱਸਦੇ ਵੀ ਉਹ ਸਿੱਖ ਨਹੀਂ ਹੈਗੇ ਸਿੱਖ, ਕਿਉਂਕਿ ਚਮਤਕਾਰ ਨੂੰ ਮੰਨਦੇ ਨੇ। ਢੱਡਰੀਆਂ ਵਾਲਾ ਗੁਰੂ ਗ੍ਰੰਥ ਦੇ ਹਿਸਾਬ ਨਾਲ ਕਹੀ ਜਾਂਦਾ ਹੈ ਕੁਦਰਤੀ ਰੱਬ ਆ, ਕੁਦਰਤ ਰੱਬ ਨਹੀਂ ਹੈਗਾ। ਗੁਰਬਾਣੀ ਨਹੀਂ ਕਹਿੰਦੀ ਕੁਦਰਤ ਰੱਬ ਆ। ਗੁਰਬਾਣੀ ਕੀ ਕਹਿੰਦੀ ਹੈ ਉਹ ਇਦਾਂ ਨਹੀਂ ਨਾ ਤੁਸੀਂ ਕਹਿ ਸਕਦੇ। ਨਾ, ਇਹ ਢੱਡਰੀ ਆਪਣੇ ਨਾਲ ਹਰਦੇਵ ਸਿੰਘ ਜੰਮੂ ਨਹੀਂ ਨਾਲ ਨੇ, ਕੁਦਰਤੀ ਹਰਦੇਵ ਸਿੰਘ ਜੀ। ਨਹੀਂ ਜੰਮੂ, ਮੇਰੇ ਜੰਮੂ ਕੋਈ ਅਕਾਲ ਤਖਤ ਦਾ ਜਥੇਦਾਰ ਥੋੜੀ ਨਾ ਹੋਵੇ ਜਥੇਦਾਰ। ਢੱਡਰੀ ਵਾਲਾ ਕੀ ਹੈਗਾ? ਕੋਈ ਢੱਡਰੀ ਵਾਲਾ ਗਾਂ ਕੋਈ ਅਵਤਾਰ ਧਾਰਿਆ ਹੋਇਆ ਜਿਹਨੇ ਵੀ ਉਹਦੀ ਗੱਲ ਮੰਨਾਂਗੇ ਅਸੀਂ। ਨਹੀਂ, ਫਿਰ ਅਵਤਾਰ ਤਾਂ ਕਿਸੇ ਨੇ ਵੀ ਨਹੀਂ ਧਾਰਿਆ ਵੀਰ, ਤੂੰ ਥੋੜਾ ਧਾਰਿਆ ਅਵਤਾਰ ਜਾਂ ਵਿਦਵਾਨ ਨੇ ਧਾਰਿਆ। ਮੈਂ ਫਿਰ ਆਪਾਂ ਇਹ ਢੱਡਰੀ ਦੀ ਵਕਾਲਤ ਕਰਨੀ ਆ। ਮੈਂ ਕਹਿ ਰਿਹਾ ਵੀ ਢੱਡਰੀ ਵਾਲੇ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਲੈਣ ਦੇਣ ਹੈ ਹੀ ਨਹੀਂ ਵੀਰ। ਮੈਂ ਤਾਂ ਬਿਆ ਦਾ ਨਾਂ ਹੀ ਨਹੀਂ ਲਿਆ ਯਾਰ, ਤੂੰ ਕਿੱਦਾਂ ਗੱਲਾਂ ਕਰਦਾ? ਚਲੋ ਬਾਕੀਆਂ ਦਾ ਨਾਂ ਲੈ ਲਿਆ, ਮੇਰਾ ਵੀਰ ਟਕਸਾਲੀਆਂ ਦਾ ਨਾਂ ਲੈ ਲਿਆ ਵੀ ਉਹ ਵੀ ਚਮਤਕਾਰ ਨੂੰ ਮੰਨਦੇ ਨੇ, ਜਿਹੜੇ ਜਾਗਰੂਕ ਨੇ ਉਹ ਮੰਨਦੇ ਨੇ, ਤੇ ਢੱਡਰੀਆਂ ਵਾਲਿਆਂ ਨੂੰ ਮੈਂ ਲੈ ਆਵਾਂ ਤੇ ਗੁਰੂ ਗ੍ਰੰਥ ਸਾਹਿਬ ਕੱਲੀ ਇੱਕੋ ਗੱਲ ਨਹੀਂ ਕਹਿੰਦਾ ਵੀ ਚਮਤਕਾਰ ਜਿਹੜਾ ਹੈਗਾ ਪਖੰਡ ਹੈ, ਇਹਨੂੰ ਨਹੀਂ ਮੰਨਣਾ। ਬਹੁਤ ਗੱਲਾਂ ਹੋਰ ਵੀ ਨੇ ਉਹਦੇ ਵਿੱਚ। ਨਹੀਂ, ਉਹ ਤਾਂ ਪ੍ਰਚਾਰ ਦੀ ਗੱਲ ਹੈ ਨਾ। ਦੂਜੀ ਗੱਲ ਮੈਂ ਕਰਨ ਦਿਆਂ, ਦੂਜੀ ਗੱਲ ਨਹੀਂ, ਪਹਿਲੀ ਗੱਲ ਜਦੋਂ ਕਲੀਅਰ ਹੋ ਗਈ ਦੂਜੀ ਤੇ ਜਾਵਾਂਗੇ ਨਾ ਆਪਾਂ। ਮੈਨੂੰ ਤੇ ਉਹਦੇ ਵੀ ਕਲੀਅਰ ਕਰੋ ਨਾ, ਅਕਾਲ ਪੁਰਖ ਤੁਹਾਡਾ ਕਰਦਾ ਕੀ, ਮਤਲਬ ਕੀ ਕੰਮ ਕਰਦਾ? ਉਹਦਾ ਕਾਰਜ ਖੇਤਰ ਕੀ ਹੈ? ਕਾਰਜ ਖੇਤਰ ਕੀ ਹੈ ਅਕਾਲ ਪੁਰਖ ਦਾ? ਅਕਾਲ ਪੁਰਖ ਨੇ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ? ਨਹੀਂ, ਗੁਰੂ ਗ੍ਰੰਥ ਸਾਹਿਬ ਨੇ ਪੜ੍ਹਿਆ ਹੋਇਆ ਵੀ ਅਕਾਲ ਪੁਰਖ ਨੂੰ। ਦੋ ਜੀ ਜਵਾਬ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਜਵਾਬ ਲੈ ਕੇ ਦੇਣਾ ਸੀ। ਅਕਾਲ ਪੁਰਖ ਦੀ ਉੱਥੋਂ ਹੀ ਡੈਫੀਨੇਸ਼ਨ ਆਉਂਦੀ ਹੈ, ਤੇ ਉੱਥੋਂ ਹੀ ਅਕਾਲ ਪੁਰਖ ਦੇ ਜਿਹੜੀਆਂ ਕਰੈਕਟਰਿਸਟਿਕ ਨੇ ਉਹ ਡਿਫਾਈਨ ਕੀਤਾ ਗਿਆ ਅਕਾਲ ਪੁਰਖ ਨੂੰ ਜੀ। ਬਾਕੀ ਤੁਸੀਂ ਦੇ ਦਿਓ ਜੀ ਜਵਾਬ ਹਰਦੇਵ ਸਿੰਘ ਜੀ। ਸੁਣੋ, ਸੁਣ ਲਓ ਜਵਾਬ, ਸੁਣੋ ਅਕਾਲ ਪੁਰਖ ਦਾ ਕਾਰਜ ਖੇਤਰ ਸੁਣੋ। ਤੁਸੀਂ ਸੁਣ ਲਓ ਬਾਈ ਜੀ, ਹੁਣ ਸਵਾਲ ਪੁੱਛਿਆ ਤੁਸੀਂ ਜਵਾਬ ਤਾਂ ਸੁਣ ਲਓ। ਨਹੀਂ, ਮੈਂ ਜਵਾਬ ਸੁਣਦਾ, ਇੱਕ ਮਿੰਟ ਮੈਨੂੰ ਗੱਲ ਕਰਨਾ ਦੇ। ਗੱਲ ਨਹੀਂ, ਤੁਸੀਂ ਦੇਖੋ ਜਦੋਂ ਜਵਾਬ ਤੁਹਾਨੂੰ ਮਿਲਣ ਲੱਗਿਆ ਵੀ ਅਕਾਲ ਪੁਰਖ ਦਾ ਕਰਦਾ ਕੀ ਆ, ਉਹਦੇ ਤੇ ਸੁਣੋ ਨਾ ਗੱਲ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ। ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਤੁਸੀਂ ਕਿੱਦਾਂ ਕਹਿ ਸਕਦੇ ਹੋ ਏਦਾਂ ਵੀਰ? ਉਹ ਤੇ ਨਾਮਧਾਰੀ ਵੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ, ਸਾਡੇ ਨਾਲ ਜਿੱਥੇ ਮਰਜ਼ੀ ਵਿਚਾਰ ਕਰੋ। ਨਹੀਂ, ਵਿਚਾਰ ਕਹਿੰਦੇ ਜਾਂ ਨਹੀਂ, ਨਾਮਧਾਰੀ ਕਹਿੰਦੇ ਨੇ, ਕਹਿੰਦਾ ਆ। ਆਪਣੀ ਗੱਲ ਇਹ ਹੋ ਰਹੀ ਆ, ਤੁਸੀਂ ਸਵਾਲ ਕੀ ਪੁੱਛਿਆ? ਹੁਣ ਤੁਸੀਂ ਨਾਮਧਾਰੀਆਂ ਤੇ ਆ ਗਏ। ਤੁਸੀਂ ਪੁੱਛਿਆ ਵੀ ਅਕਾਲ ਪੁਰਖ ਦਾ ਕਾਰਜ ਖੇਤਰ ਕੀ ਆ, ਉਹਦੇ ਕੋਲ ਪਾਵਰਸ ਕੀ ਨੇ, ਡੋਮੇਨ ਕੀ ਆ? ਜੀ ਮੈਂ ਨਾਮਧਾਰੀ ਤੇ ਨਹੀਂ ਗਿਆ, ਜਿੱਦਾਂ ਵਿਦਵਾਨ ਮੈਨੂੰ ਦੱਸਣ ਲੱਗੇ ਨਾ, ਇਦਾਂ ਉਹ ਵੀ ਕਹਿੰਦੇ ਨੇ। ਕਹੀ ਜਾਵੇ ਯਾਰ, ਕੋਈ ਕੀ ਕਹਿੰਦਾ, ਅਸੀਂ ਕੀ ਲੈਣਾ ਉਹਦੇ ਕੋਲੋਂ? ਤੁਹਾਡੀ ਗੱਲ ਲਗਾ ਕਰਨ
ਤੁਸੀਂ ਆਪਣੀ ਗੱਲ ਤੁਸੀਂ ਨਹੀਂ ਲੈਣਾ ਨਾ, ਕਰੋ, ਤੁਸੀਂ ਆਪਣੀ ਗੱਲ ਕਰੋ, ਤੁਸੀਂ ਕੀ ਕਹਿੰਦੇ ਹੋ? ਮੈਂ ਕਹਿੰਦਾ ਵੀ ਅਕਾਲ ਪੁਰਖ ਵੀ ਨਹੀਂ ਹੈ, ਕੋਈ ਵੀ ਨਹੀਂ, ਕੋਈ ਸ਼ਕਤੀ ਨਹੀਂ ਬਣੀ ਹੈਗੀ। ਇਹ ਤੁਸੀਂ ਕਹਿ ਸਕਦੇ ਹੋ, ਪਰ ਗੁਰੂ ਗ੍ਰੰਥ ਸਾਹਿਬ ਇਹ ਕਹਿੰਦਾ ਆ ਇਹ ਨਹੀਂ ਹੈਗਾ, ਇਹੀ ਕੰਮ ਢੱਡਰੀ ਦੇ ਜਿਹੜਾ ਤੁਸੀਂ ਕੀਤਾ ਹੋਇਆ, ਇਸੇ ਕਰਕੇ ਤੁਹਾਨੂੰ ਚੇਲੇ ਕਹਿੰਦੇ ਆ ਢੱਡਰੀ ਤੇ ਤੁਹਾਨੂੰ ਤਕਲੀਫ ਹੁੰਦੀ ਹੈ। ਵੀਰ ਚੇਲਾ ਉਹ ਹੁੰਦਾ ਜਿਹੜਾ ਕਿ ਸ਼ਕਤੀ ਦੇ ਉੱਤੇ ਵਿਸ਼ਵਾਸ ਕਰੇ, ਅਸੀਂ ਵਿਸ਼ਵਾਸ ਨਹੀਂ ਕਰਦੇ ਕਿਸੇ ਸ਼ਕਤੀ ਦੇ। ਤੁਸੀਂ ਵਿਸ਼ਵਾਸ ਨਹੀਂ ਕਰਦੇ, ਤੁਸੀਂ ਜਿਹੜਾ ਚਲੋ ਸਵਾਲ ਦਾ ਜਵਾਬ ਤਾਂ ਲੈ ਲਓ, ਹੁਣ ਤੁਸੀਂ ਵਿਸ਼ਵਾਸ ਨਹੀਂ ਕਰਦੇ ਨਾ ਕਰੋ, ਪਰ ਢੱਡਰੀ ਦਾ ਵੀ ਸਿੱਖੀਜ਼ਮ ਨਾਲ ਲੈਣ ਦੇਣ ਨਹੀਂ ਹੈ। ਕਿਸ ਚੀਜ਼ ਉੱਪਰ ਵਿਸ਼ਵਾਸ ਕਰਦੇ ਨੇ? ਹਾਂ ਚਲੋ ਨਹੀਂ ਮੈਂ ਦੱਸਦਾ, ਜਿੱਦਾਂ ਇਹ ਰਾਣੇ ਨੇ ਪਹਿਲਾਂ, ਇੱਕ ਮਿੰਟ ਮੈਂ ਦੱਸਦਾ, ਜਿਹੜੇ ਰਾਣੇ ਨੇ ਪਹਿਲਾਂ ਗੱਲ ਕੀਤੀ, ਕਹਿੰਦਾ ਜਿਹੜੀ ਭਗੌਤੀ ਹੈ ਨਾ ਉਹਦਾ ਨਾਂ ਨਹੀਂ ਲੈਣਾ ਚਾਹੀਦਾ, ਭਗੌਤੀ ਅੱਗੇ ਅਰਦਾਸ ਕਰਨ ਦਾ ਕੋਈ ਫਾਇਦਾ ਨਹੀਂ, ਮਾਤਾ ਵਾ। ਮੈਂ ਉਹ ਪੁੱਛਣਾ ਚਾਹੁੰਦਾ ਇਹ ਵੀ ਅਕਾਲ ਪੁਰਖ ਕੀ ਕਰਦਾ, ਮਤਲਬ ਉਹਦੇ ਅੱਗੇ ਅਰਦਾਸ ਕਰਨੀ ਆ। ਚਲੋ ਸੁਣੋ ਫਿਰ ਕੀ ਕਰਦਾ, ਤੇ ਸੁਣ ਤਾਂ ਲਓ, ਜਵਾਬ ਤਾਂ ਲੈ ਲਓ ਹੁਣ। ਮੈਂ ਜਵਾਬ ਵੀਰ ਜੀ ਹਾਂਜੀ ਦੱਸੋ ਕਿ ਤੁਸੀਂ ਕਿਸ ਚੀਜ਼ ਤੇ ਵਿਸ਼ਵਾਸ ਕਰਦੇ ਹੋ? ਮੈਂ ਤਾਂ ਵਿਸ਼ਵਾਸ ਹੀ ਨਹੀਂ ਕਰਦਾ ਕਿਸੇ ਤੇ, ਮਤਲਬ ਅਕਾਲ ਪੁਰਖ ਹੈ ਨਹੀਂ, ਮੈਂ ਨਹੀਂ ਵਿਸ਼ਵਾਸ ਹਾਂ ਕਰਦਾ। ਚਲੋ ਫਿਰ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਖਹਿੜਾ ਛਡਾਓ, ਆਪਣਾ ਗੱਲ ਖਤਮ ਹੋ ਗਈ ਜੀ। ਨਹੀਂ, ਤੁਸੀਂ ਅਕਾਲ ਪੁਰਖ ਤੇ ਵਿਸ਼ਵਾਸ ਨਹੀਂ ਕਰਦੇ, ਤੁਸੀਂ ਕਹਿੰਦੇ ਤੁਸੀਂ ਅਕਾਲ ਪੁਰਖ ਤੇ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਉਹ ਸ਼ਾਇਦ ਤੁਹਾਡੀ ਨਜ਼ਰ 'ਚ ਚਮਤਕਾਰ ਹੈ, ਤੁਸੀਂ ਨਹੀਂ ਵਿਸ਼ਵਾਸ ਕਰਦੇ, ਅੱਛੀ ਗੱਲ ਹੈ ਤੁਹਾਡੇ ਆਪਣੇ ਹਿਸਾਬ ਨਾਲ। ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਤੁਸੀਂ ਵਿਸ਼ਵਾਸ ਕਿਹਦੇ ਉੱਪਰ ਕਰਦੇ ਹੋ? ਨਹੀਂ, ਆਪਾਂ ਗੁਰਬਾਣੀ ਸਾਡੇ ਗੁਰੂ ਨੇ ਸਾਨੂੰ ਦੇ ਗਏ, ਅਸੀਂ ਆਪ ਦੇਖ ਲਾਂਗੇ ਨਾ ਬਾਅਦ ਦੇ ਵਿੱਚ, ਅਸੀਂ ਤਾਂ ਇਸ ਸਿਸਟਮ ਦੇ ਵਿੱਚ ਹੈਗੇ ਆ ਜਿੱਦਾਂ ਮਰਜ਼ੀ ਹੈ। ਜਿੰਨੀ ਕੁ ਗੁਰਬਾਣੀ ਤੁਸੀਂ ਦੇਖੀ ਹੈ ਉਹਦੇ ਮੁਤਾਬਕ ਹੁਣ ਤੱਕ ਤੁਹਾਡਾ ਵਿਸ਼ਵਾਸ ਕੀ ਹੈ? ਵਿਸ਼ਵਾਸ ਇਹ ਹੈ ਵੀ ਏਦਾਂ ਦੀ ਕੋਈ ਬਾਹਰ ਸ਼ਕਤੀ ਹੈ ਨਹੀਂ, ਜੋ ਵੀ ਹੈਗੀ ਹੈ ਨਿਯਮ ਬਣੇ, ਇੱਕ ਨਿਯਮ ਦੇ ਵਿੱਚ ਬੰਦੇ ਨੇ ਚੱਲਣਾ ਹੋਵੇ। ਇਹ ਆ ਗਿਆ ਨਿਯਮ, ਠੀਕ ਹੈ ਨਾ। ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਨਿਯਮ ਦੇ ਮੁਤਾਬਕ ਸਭ ਕੁਝ ਬਣਿਆ। ਹੁਣ ਇਹ ਜਿਹੜਾ ਤੁਹਾਡਾ ਵਿਸ਼ਵਾਸ ਹੈ, ਇਹ ਕਿਸ ਤਰ੍ਹਾਂ ਤੁਸੀਂ ਠੀਕ ਸਿੱਧ ਕਰੋਗੇ ਕਿ ਮੇਰਾ ਵਿਸ਼ਵਾਸ ਜੋ ਹੈ ਇਹੀ ਠੀਕ ਹੈ? ਨਹੀਂ, ਇਹ ਤਾਂ ਪ੍ਰੈਕਟੀਕਲ ਹੈ ਨਾ, ਸਾਰਿਆਂ ਦੇ ਸਾਹਮਣੇ, ਕੋਈ ਸ਼ਬਦ ਕਰਨ ਦੀ ਲੋੜ ਹੀ ਨਹੀਂ ਇਹਦੇ, ਜਾਂ ਕਿਤੋਂ ਪਤਾ ਨਹੀਂ ਕਰ, ਜਿੱਦਾਂ ਸਮਾਜ ਦੇ ਵਿੱਚ ਰਹਿੰਦੇ ਤੁਸੀਂ। ਕਿਸ ਤਰ੍ਹਾਂ ਲੋੜ ਹੈ, ਕਿਸ ਤਰ੍ਹਾਂ ਦੱਸੋ ਮੈਨੂੰ। ਕੁਦਰਤ ਦੇ ਨਿਯਮ ਜਿਹੜੇ ਸਾਰਿਆਂ ਵਾਸਤੇ ਇੱਕ ਨੇ? ਨਹੀਂ, ਸਾਰੇ ਵਾਸਤੇ ਇੱਕ ਇੱਕ ਕਿਉਂ ਨੇ, ਅਲੱਗ-ਅਲੱਗ ਨੇ ਸਾਰੇ ਵਾਸਤੇ, ਜਿੱਦਾਂ ਕੋਈ ਜਿੱਥੇ ਡਿਊਟੀ ਕਰਦੇ ਆ ਤੇ ਆਪਣੇ ਆਪਣੇ ਹਿਸਾਬ ਨਾਲ ਨਿਯਮ ਸੈੱਟ ਨੇ, ਬਸ ਹਰ ਇੱਕ ਵਾਸਤੇ, ਜਾਨਵਰ ਵਾਸਤੇ ਆਪਣੇ ਨੇ, ਸਾਡੇ ਵਾਸਤੇ ਆਪਣੇ ਨੇ। ਉਹੀ ਮੈਂ ਕਿਹਾ ਕਿ ਹਰ ਇਨਸਾਨ ਵਾਸਤੇ ਕੁਦਰਤ ਦੇ ਨਿਯਮ ਬਰਾਬਰ ਨੇ। ਨਹੀਂ, ਬਰਾਬਰ ਕਿਉਂ ਨੇ, ਅਲੱਗ-ਅਲੱਗ ਨੇ ਕਿ ਜਿੱਥੇ ਦੀ ਪੋਸਟ ਹੈ ਜਿਹਦੀ ਉੱਥੇ ਉਸ ਹਿਸਾਬ ਨਾਲ ਹੀ। ਬਾਈ ਜੀ ਉਹਨਾਂ ਦੀ ਕੋਈ ਗੱਲ ਦਾ ਤੁਹਾਡਾ ਕੋਈ ਸਿਰ ਪੈਰ ਬਣਦਾ ਹੈਗਾ? ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕਾਲ ਪੁਰਖ ਦੀ ਪੁੱਛ ਰਹੇ ਨੇ, ਇਹਨਾਂ ਦਾ ਸਵਾਲ ਵੀ ਅਕਾਲ ਪੁਰਖ ਦੇ ਕੋਲ ਕੀ ਪਾਵਰਸ ਨੇ ਜੀ? ਇਹ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨੀ ਜਾਂਦੇ ਨੇ ਤੇ ਅਕਾਲ ਪੁਰਖ ਨੂੰ ਵੀ ਇਹ ਨਗੇਟ ਕਰੀ ਜਾਂਦੇ ਨੇ। ਢੱਡਰੀ ਦਾ ਪੂਰਾ ਇਹਨਾਂ ਦੇ ਉੱਤੇ ਚੜਿਆ ਹੋਇਆ ਹੈ ਰੰਗ। ਇੱਕ ਮਿੰਟ ਰਾਣੇ ਵੀਰ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ, ਇਹ ਸਿੱਖਾਂ ਦੇ ਘਰ ਭਰਾਵਾ ਪੈਦਾ ਹੋਏ ਆ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਗੁਰਬਾਣੀ ਨੂੰ ਮੰਨਦੇ। ਚੱਲਣਾ ਗੁਰੂ ਗਿਆਨ ਚੱਲਣਾ ਆ, ਨਹੀਂ ਚੱਲਣ ਦੇ, ਨਹੀਂ ਚੱਲ ਰਹੇ, ਮੈਂ ਚੱਲਦੇ, ਤੁਸੀਂ ਨਹੀਂ ਚੱਲ ਰਹੇ। ਇਹ ਦੱਸੋ ਵੀਰ ਜੀ, ਤੁਸੀਂ ਚਮਤਕਾਰ ਤੇ ਬਿਲੀਵ ਕਰਦੇ ਹੋ? ਚਮਤਕਾਰ ਤੇ ਬਿਲਕੁਲ ਨਹੀਂ ਕਰਦਾ, ਮੈਂ ਨਹੀਂ ਕਰਦਾ। ਨਹੀਂ ਕਰਦੇ। ਹੁਣ ਤੁਸੀਂ ਦੱਸੋ ਕਿ ਜੇ ਤੁਸੀਂ ਚਮਤਕਾਰ ਤੇ ਬਿਲੀਵ ਨਹੀਂ ਕਰਦੇ, ਫਿਰ ਤੁਸੀਂ ਇਹ ਕਿਸ ਤਰ੍ਹਾਂ ਬਿਲੀਵ ਕਰਦੇ ਹੋ? ਸਾਇੰਸ ਦੇ ਉੱਪਰ ਬਿਲੀਵ ਕਰਦੇ ਹੋ ਕਿ ਇਹ ਸਾਰਾ ਜਿਹੜਾ ਪਸਾਰਾ ਹੈ ਇਹ ਇੱਕ ਦਿਨ ਇੱਕ ਰੇਤ ਦੇ ਦਾਣੇ ਵਿੱਚ ਬਦਲ ਜਾਏਗਾ? ਨਹੀਂ, ਇਹ ਸਵਾਲ ਸਾਡੇ ਵਾਸਤੇ ਕੋਈ ਮੈਂ ਨਹੀਂ ਰੱਖਦਾ ਵੀ ਜਿਹੜੇ ਤੁਸੀਂ ਦੱਸਦੇ ਰੇਤ ਦਾ ਦਾਣਾ ਜਾਂ ਉਹ ਫਲਾਣਾ ਢਿੰਗਰਾ। ਇੱਥੋਂ ਡਿਸਕਸ਼ਨ ਹੋਣੀ ਹੈ ਅਕਾਲ ਪੁਰਖ ਦੀ ਕਿ ਤੁਸੀਂ ਕਹਿੰਦੇ ਹੋ ਗੁਰਬਾਣੀ ਵਿੱਚ ਤੁਹਾਡਾ ਵਿਸ਼ਵਾਸ ਅਲੱਗ ਹੈ, ਤੁਹਾਡਾ ਅਲੱਗ ਹੈ। ਹੁਣ ਜੇ ਇਹਦਾ ਟੈਸਟ ਹੋਣਾ ਹੈ, ਜਿਹਦੇ ਪਰ ਅਸੀਂ ਵਿਚਾਰ ਕਰਨੀ ਹੈ ਕਿ ਵਿਸ਼ਵਾਸ ਤੁਹਾਡਾ ਜੋ ਹੈ ਉਹ ਠੀਕ ਹੈ ਜਾਂ ਵਿਸ਼ਵਾਸ ਜੋ ਅਸੀਂ ਕਰ ਰਹੇ ਹਾਂ ਉਹ ਠੀਕ ਹੈ, ਤੇ ਇਹ ਗੱਲ ਵਿਚਾਰ ਹੋਏਗੀ ਤੇ ਹੋਏਗੀ ਨਾ, ਅਦਰਵਾਈਜ਼ ਤੇ ਵਿਚਾਰ ਕਿਸ ਤਰ੍ਹਾਂ ਹੋਏਗਾ? ਵਿਚਾਰ ਕਿੰਨੇ ਨੇ ਕਰਨੇ? ਹੋਰ ਤੁਸੀਂ ਵਿਚਾਰ ਆਪਣੀ ਦਿਓ ਨਾ ਇਸ ਬਾਰੇ ਦੇ ਵਿੱਚ ਕਿ ਕਿਆ ਤੁਸੀਂ ਸੋਚਦੇ ਹੋ ਕਿ ਇਹ ਸਾਰਾ ਬ੍ਰਹਮੰਡ ਜਿੰਨਾ ਮੈਟਰ ਹੈ, ਇਹ ਸਾਰਾ ਇੱਕ ਦਿਨ ਰੇਤ ਦੇ ਇੱਕ ਦਾਣੇ ਦੇ ਵਿੱਚ ਜਾਂ ਇੱਕ ਬੀ ਜਿੰਨੇ ਚੀਜ਼ ਦੇ ਵਿੱਚ ਵੜ ਜਾਏਗਾ? ਬੀ ਦੇ ਸਾਈਜ਼ ਦਾ? ਮੈਨੂੰ ਇਹ ਬਾਰੇ ਨੌਲੇਜ ਨਹੀਂ, ਮੈਨੂੰ ਪਤਾ ਨਹੀਂ। ਤੁਹਾਨੂੰ ਇਹ ਪਤਾ ਨਹੀਂ ਹੈ, ਮਤਲਬ ਕਿ ਤੁਸੀਂ ਸਾਇੰਸ ਤੇ ਬਿਲੀਵ ਨਹੀਂ ਕਰਦੇ? ਨਹੀਂ, ਸਾਇੰਸ ਤੇ ਯਾਰ, ਮੈਂ ਇੱਕ ਆਮ ਜਿਹਾ ਬੰਦਾ, ਮੈਂ ਤੁਹਾਨੂੰ ਸਵਾਲ ਪੁੱਛੇਗਾ ਵੀ ਤੁਹਾਡਾ ਜਿਹੜਾ ਅਕਾਲ ਪੁਰਖ ਆ, ਜਿਹੜਾ ਤੁਸੀਂ ਵੱਖਰਾ ਬਣਾ ਕੇ ਕਹਿੰਦੇ ਹੋ, ਉਹਦਾ ਕਾਰਜ ਖੇਤਰ ਕੀ ਆ, ਕੰਮ ਕੀ ਕਰਦਾ ਉਹ? ਮੈਂ ਉਹ ਪੁੱਛਿਆ ਹੈਗਾ ਤੁਹਾਨੂੰ। ਇਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਹੈਗਾ ਆ। ਉਹਦਾ ਸਾਰੇ ਗੁਰੂ ਗ੍ਰੰਥ ਸਾਹਿਬ ਦੀ 13 ਥਾਂ ਤੇ ਉਹਦਾ ਜਵਾਬ ਹੈ, ਮੂਲ ਮੰਤਰ ਵਿੱਚ ਉਹਦਾ ਜਵਾਬ ਹੈ। ਵੀਰ ਜੀ ਇਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਰੀਆਂ ਸੰਸਥਾਵਾਂ ਦੇ ਰਹੀਆਂ ਨੇ, ਜਿੱਦਾਂ ਨਾਮਧਾਰੀ ਆ, ਨੀਲਧਾਰੀ ਆ, ਟਕਸਾਲਾਂ ਵਾਲੇ, ਡੇਰਿਆਂ ਵਾਲੇ, ਕੀ ਦੇ ਰਹੇ ਨੇ? ਆਪਣੇ ਆਪ ਨੂੰ ਸਪੈਸ਼ਲ ਤੁਸੀਂ ਵੀ ਤੇ ਉਹਨਾਂ ਵਿੱਚੋਂ ਇੱਕ ਹੋ ਨਾ, ਤੁਸੀਂ ਵੀ ਤੇ ਅਰਥ ਕਰ ਰਹੇ ਹੋ ਨਾ, ਤੁਹਾਡੇ
ਇਹ ਵਿਦਵਾਨਾਂ ਦਾ ਕੰਮ ਆ ਨਾ, ਉਹ ਕਰਨਗੇ। ਮੈਂ ਤੁਹਾਨੂੰ ਸਵਾਲ ਪੁੱਛਿਆ ਇਹਦਾ ਵੀ ਅਕਾਲ ਪੁਰਖ ਦਾ ਕਾਰਜ ਖੇਤਰ ਕੀ ਆ? ਨਹੀਂ ਫਿਰ ਤੁਸੀਂ ਜਦੋਂ ਜਵਾਬ ਦੇਣ ਲੱਗਦੇ ਆ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਵੀ ਆਪਣਾ ਇਹਦਾ ਮਤਲਬ ਕੱਢਿਆ ਹੋਇਆ, ਧਮਕੇ ਨੇ ਵੀ ਕੱਢਿਆ ਹੋਇਆ, ਢੱਡਰੀ ਨੇ ਵੀ ਕੱਢਿਆ ਹੋਇਆ, ਤੇ ਅਸੀਂ ਵੀ ਆਪਣਾ ਕੱਢ ਦਿਆਂਗੇ। ਫਿਰ ਤੁਹਾਨੂੰ ਕੀ ਫਰਕ ਪੈਂਦਾ ਆ? ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਖਹਿੜਾ ਛੱਡੋ ਤੇ ਆਪਣਾ ਚੱਲੋ ਜੋ ਕਰਨਾ ਆ। ਇੱਕ ਪਾਸੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਵੀ ਹੋ ਤੇ ਦੂਜੇ ਪਾਸੇ ਤੁਸੀਂ ਅਕਾਲ ਪੁਰਖ ਦੀ ਡੋਮੇਨ ਪੁੱਛ ਰਹੇ ਹੋ ਕੀ ਆ? ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਕਿਤੇ ਸਾਡਾ ਇੱਦਾਂ ਨਹੀਂ ਕਹਿ ਸਕਦੇ ਰਾਣੇ ਵੀਰ, ਏਦਾਂ ਕਿਸੇ ਨੂੰ ਨਹੀਂ ਕਹੀਦਾ ਹੋਏਗਾ। ਪਤਾ ਕਿ ਅਗਲਾ ਕੋਈ ਗਲਤ ਜਵਾਬ ਦੇਊਗਾ ਫਿਰ ਕੀ ਹੋਊਗਾ? ਦੇ ਦੇਵੇ ਗਲਤ ਜਵਾਬ, ਅਸੀਂ ਕਿਹੜਾ ਠੀਕ ਦੇਵਾਂਗੇ ਜਵਾਬ? ਗਲਤ ਵਾਲੇ ਨੂੰ ਗਲਤ ਹੀ ਦੇਵਾਂਗੇ। ਇੱਥੋਂ ਵੀ ਅਗਲਾ ਕਹਿੰਦਾ ਵੀ ਤੂੰ ਸਾਲਾ ਲੱਗਦਾ, ਏਦਾਂ ਕਹਿ ਦੂਗਾ, ਫਿਰ ਕਿਉਂ ਕਰੇਗਾ? ਨਾ ਤੁਸੀਂ ਸਾਰੇ ਸਾਲੇ ਲੱਗਦੇ ਜਿਹੜੇ ਨੇਕੀ ਤੇ ਜਾ ਵੜਦੇ ਹੋ। ਨਹੀਂ ਨੇਕੀ ਤੇ ਕਹਿੰਦਾ ਉਹਦੇ ਰੇਡੀਓ ਤੇ ਜਿਹੜੇ ਕਾਲ ਕਰਦੇ ਨੇ ਉਹਦੇ ਸਾਲੇ ਹੀ ਨੇ, ਮੇਰੇ ਸਾਲੇ ਹੀ ਕਾਲ ਕਰਨ। ਤੁਸੀਂ ਨੇਕੀ ਦੇ ਸਾਲੇ ਜਾ ਵੜਦੇ ਹੋ ਉੱਥੇ। ਨੇਕੀ ਤੇ ਮੈਂ ਫੋਨ ਹੀ ਨਹੀਂ ਕੀਤਾ ਕਦੀ। ਨਾ ਕਰਨਾ ਹੀ ਵਧੀਆ ਗੱਲ ਹੈ, ਜਿਹੜੇ ਉਹਦਾ ਸਾਲਾ ਉਹੀ ਕਾਲ ਕਰ ਸਕਦਾ। ਨੇਕੀ ਦਾ ਤਾਂ ਇਹ ਕਹਿਣਾ ਆ। ਨਹੀਂ ਮੇਰੇ ਜਿਹੜੇ ਤੈਨੂੰ ਇੱਥੇ ਕਾਲਾਂ ਕਰਦੇ ਤੇਰੇ ਸਾਲੇ ਲੱਗਦੇ ਫਿਰ ਸਾਰੇ। ਇਹ ਭਾਊ ਇਹ ਸਟੇਟਮੈਂਟ ਮੈਂ ਦਿੰਦਾ ਹੀ ਨਹੀਂ ਕਦੇ ਵੀ। ਇਹ ਥੋੜੇ ਨੇਕੀ ਨੂੰ ਮੂੰਹ ਦੀ ਬਵਾ ਸੀ ਉਹ ਸਟੇਟਮੈਂਟ ਦਿੰਦਾ ਹੁੰਦਾ ਸਾਲੇ ਲੱਗਦੇ ਆ। ਸਾਲੇ ਵਾਲੀ ਵੀ ਸਟੇਟਮੈਂਟ ਤੈਂ ਦਿੱਤੀ ਆ। ਮੈਂ ਕਦੇ ਵੀ ਨਹੀਂ ਕਹਿੰਦਾ ਤੁਸੀਂ ਸਾਲੇ ਲੱਗਦੇ ਹੋ। ਜਿਹੜਾ ਤੁਹਾਡੇ ਮੈਂ ਸਵਾਲਾਂ ਦਾ ਜਵਾਬ ਦੇਵਾਂ ਇਹ ਨੇਕੀ ਕਰਦਾ ਹੁੰਦਾ ਆ। ਠੀਕ ਆ, ਤੇਰਾ ਦਿਮਾਗ ਹੋਇਆ ਹੋਇਆ ਭ੍ਰਸ਼ਟ। ਸੁਣ ਸਾਲੇ ਲੱਗਦੇ ਨੇ ਇਹ ਮੈਂ ਕਰ ਕਹਿੰਦਾ। ਮੈਂ ਕਿਸੇ ਨੂੰ ਕਿਹਾ ਭਾਊ ਵੀ ਤੁਸੀਂ ਸਾਲੇ ਲੱਗਦੇ ਹੋ ਜਿਹੜੇ ਮੇਰੇ ਪ੍ਰੋਗਰਾਮ ਤੇ ਕਾਲ ਕਰਦੇ ਹੋ? ਚੈਨਲ ਤੇ ਬੈਠ ਕੇ ਤੂੰ ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦੋ, ਤੈਨੂੰ ਸ਼ਰਮ ਨਹੀਂ ਆਉਂਦੀ? ਮੈਂ ਹੁਣ ਤੈਂ ਛਿੱਤਰ ਖਾਣੇ ਨੇ ਮੇਰੇ ਤੋਂ ਇੱਥੇ, ਤੈਨੂੰ ਸ਼ਰਮ ਨਹੀਂ ਆਉਂਦੀ? ਛੱਡ ਦੋ। ਨਹੀਂ ਹੈ ਮੈਂ ਕਰ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦੋ। ਇਹਨੇ ਨਸ਼ਾ ਪੱਤਾ ਤਾਂ ਨਹੀਂ ਕਰਦਾ ਹੋਇਆ? ਦੱਸ ਨਾ ਤੇਰਾ ਲੋਕ ਲੈ ਕੇ ਖਾਦਾ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦੇ। ਤੇਰੀ ਗੱਲ ਮੰਨੀ ਹੈ ਬਈ? ਤੂੰ ਨਾ ਮੰਨ ਤੇ ਦੋਗਲਾਪਨ ਨਾ ਕਰ ਫਿਰ ਵੀ। ਨਾਲੇ ਕਾਲ ਪੁਰਖ ਦੇ ਤੂੰ ਸਵਾਲ ਕਰੀ ਜਾਂਦਾ ਤੇ ਨਾਲੇ ਗੁਰੂ ਗ੍ਰੰਥ ਸਾਹਿਬ ਨੂੰ ਮੰਨੀ ਜਾਂਦਾ ਆ। ਫਿਰ ਤੂੰ ਕਹਿੰਦਾ ਢੱਡਰੀ ਦੀ ਭੇਡ ਨਾ ਕਹੋ ਸਾਨੂੰ। ਨਹੀਂ ਫਿਰ ਉਹੀ ਗੱਲ ਤੁਸੀਂ ਵੀ ਭੇਡਾਂ ਹੀ ਫਿਰ ਲੋਕਾਂ ਦੀਆਂ ਹੋ ਗਈਆਂ। ਅਸੀਂ ਕੋਈ ਭੇਡਾਂ ਨਹੀਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਗੱਲ ਨਹੀਂ ਇੱਕ ਦੂਸਰੇ ਦੀ ਸਹੀ ਲੱਗਦੀ ਅਸੀਂ ਉਹਦੇ ਤੇ ਵੀ ਆਪਣੀ ਲੈਟਸ ਐਗਰੀ ਟੂ ਡਿਸਐਗਰੀ ਅਸੀਂ ਇਸ ਥਿਊਰੀ ਤੇ ਵੀ ਕੰਮ ਕਰਦੇ ਹਾਂ। ਨਹੀਂ ਤੁਸੀਂ ਉਹਦੇ ਸਾਂਝੇ ਦੇ ਬਣ ਕੇ ਚੱਲਦੇ ਤਾਂ ਫਿਰ ਗੱਲ ਬੰਦ ਹੁੰਦੀ ਹੈ। ਜਿੱਦਾਂ ਅਸੀਂ ਉਹਦੇ ਨਾਲ ਇਹ ਸਾਰੀ ਤੇਰੀ ਬੋਲੀ ਦੇਖ ਤੂੰ ਦੇਖੀ ਤੇ ਰੇਡੀਓ ਤੇ ਚੱਲ ਸਾਲਾ ਉਹਦਾ ਨਹੀਂ ਮੰਨ ਜਾਂਦਾ ਤੇ ਗੱਲਾਂ ਤਾਂ ਤੇਰੀਆਂ ਉਹੀ ਨੇ। ਸਾਂਝੀ ਤੇ ਤੇਰਾ ਢੱਡਰੀਆਂ ਵਾਲਾ ਸਾਂਝੀ ਭਾਬੀ ਆ। ਦੇਖੋ ਵੀਰ ਜੀ ਥੋੜੀ ਸਵਾਲ ਨਾ ਸਾਂਝੀ ਢੱਡਰੀਆਂ ਵਾਲਾ ਲਿਆਉਣਾ ਨਹੀਂ ਵਿੱਚ। ਮੇਰੀ ਗੱਲ ਸੁਣ, ਤੁਸੀਂ ਮੇਰੀ ਗੱਲ ਤੇ ਤੁਸੀਂ ਜਵਾਬ ਤੇ ਲੈਂਦੇ ਨਹੀਂ ਪਏ। ਸਵਾਲ ਪੁੱਛੇ ਜਵਾਬ ਇਹਨੇ ਕੀ ਲੈਣਾ ਹੈਗਾ ਜੀ? ਇਹ ਕਨਫਿਊਜ਼ ਕੀਤੇ ਹੋਏ ਨੇ ਸਾਰੇ ਨੇਕੀ ਢੱਡਰੀ ਦੇ ਸਾਰੇ। ਵਿਦਵਾਨ ਸਾਹਿਬ ਤੁਸੀਂ ਚੁੱਪ ਕਰੋ, ਇੱਕ ਮਿੰਟ ਰਾਣੇ ਨੂੰ ਗੱਲ ਕਰ ਲਓ। ਨਾ ਵਿਦਵਾਨ ਸਾਹਿਬ ਤੂੰ ਵੱਡਾ ਵਿਦਵਾਨ ਆ। ਤੇਰੇ ਪੱਲੇ ਕੁਝ ਨਹੀਂ ਹੈਗਾ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਅਕਾਲ ਪੁਰਖ ਦਾ ਤੈਨੂੰ ਲੱਗਦਾ ਵੀ ਕੁਝ ਉਹਦਾ ਅਧਿਕਾਰ ਖੇਤਰ ਨਹੀਂ ਹੈਗਾ ਤੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦਾ ਤੇ ਤੈਨੂੰ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ ਗੱਲ ਮੇਰੇ ਜਾਂ ਤੂੰ ਸਿਰੇ ਦਾ ਦੋਗਲਾ ਬੰਦਾ ਹੈ। ਨਹੀਂ ਕਰ ਰਿਹਾ ਕੁਝ ਨਹੀਂ। ਮੈਂ ਕਿਸੇ ਨੂੰ ਇਹ ਥੋੜਾ ਕਹਿੰਦਾ ਵੀ ਤੁਸੀਂ ਸਿੱਖ ਨਹੀਂ ਹੈ ਜਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦਿਓ ਜਾਂ ਤੁਸੀਂ ਛੱਡ ਦਿਓ। ਛੱਡਣਾ ਪੈਣਾ ਹੈ ਜਦੋਂ ਤੁਹਾਨੂੰ ਇਹੀ ਨਹੀਂ ਪਤਾ ਵੀ ਅਕਾਲ ਪੁਰਖ ਸਾਹਿਬ ਦਾ ਕੰਮ ਕੀ ਹੈਗਾ ਆ। ਗੁਰੂ ਗ੍ਰੰਥ ਦੇ ਹਿਸਾਬ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕਾਲ ਪੁਰਖ ਦੀ ਵਿਆਖਿਆ ਕੀ ਕੀਤੀ ਗਈ ਆ। ਜੋ ਤੈਨੂੰ ਇਹ ਨਹੀਂ ਪਤਾ ਤੇ ਤੂੰ ਐਵੇਂ ਖਾਮ ਕਹੀ ਜਾਂਦਾ ਵੀ ਮੈਂ ਮੰਨਦਾ ਹਾਂ ਗੁਰੂ ਗ੍ਰੰਥ ਸਾਹਿਬ ਨੂੰ। ਨਹੀਂ ਕਿਤੇ ਵੀ ਨਹੀਂ ਵਿਆਖਿਆ ਕੀਤੀ। ਕੋਈ ਵੱਖਰੀ ਸਾਹਿਬ ਬੈਠੀ ਹੈ, ਏਦਾਂ ਦੀ ਕੋਈ ਨਹੀਂ ਹੈਗੀ। ਅੱਛਾ ਮੈਂ ਮੰਨਦਾ ਬਸ ਗੱਲ ਖਤਮ। ਤੂੰ ਮੰਨੀ ਚੱਲ, ਤੂੰ ਆਪਣਾ ਗ੍ਰੰਥ ਖੋਲ ਤੇ ਮੰਨੀ ਚੱਲ ਉਹਨੂੰ। ਇਹ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦਾ ਇਹ। ਮੈਂ ਗੁਰੂ ਗ੍ਰੰਥ ਸਾਹਿਬ ਤੁਸੀਂ ਕਹਿ ਸਕਦੇ ਹੋ, ਮੈਂ ਥੋੜਾ ਮੈਂ ਥੋੜਾ ਕਰ ਸਕਦਾ। ਤੂੰ ਮੰਨੀ ਚੱਲ ਆਪਣੇ ਜਿਹੜੀ ਤੇਰੀ ਧਾਰਨਾ ਹੈਗੀ ਆ ਤੂੰ ਮੰਨ ਆਪਣੀ ਧਾਰਨਾ ਨੂੰ। ਇਹ ਗੁਰੂ ਗ੍ਰੰਥ ਸਾਹਿਬ ਇਹ ਨਹੀਂ ਕਹਿੰਦਾ ਹੈਗਾ ਅਕਾਲ ਪੁਰਖ ਸਾਹਿਬ ਦੇ ਬਾਰੇ ਤੂੰ ਕੁਝ ਕਹਿ ਰਿਹਾ ਹੈ। ਅਕਾਲ ਪੁਰਖ ਸਾਹਿਬ ਦੀ ਵਿਆਖਿਆ ਆ। ਰਾਣੇ ਵੀਰ ਇੱਥੇ ਤੱਕ ਲੋਕਾਂ ਨੂੰ ਲੱਤਾਂ ਤਾਂ ਨੂੰ ਚੁੱਕ ਕੇ ਰੱਬ ਲੱਭਣ ਦੀ ਵੀ ਪੂਰੀ ਇਜਾਜ਼ਤ ਵਾ। ਤੁਸੀਂ ਕਹਿ ਸਕਦੇ ਹੋ ਕੋਈ ਗੱਲ ਨਹੀਂ। ਪਰ ਲੱਤਾਂ ਤਾਂ ਚੁੱਕਣ ਵਾਲਾ ਇਹ ਨਹੀਂ ਕਹਿ ਸਕਦਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਦੇ ਵਿੱਚ ਪੜ੍ਹਿਆ ਵੀ ਲੱਤਾਂ ਤਾਂ ਨੂੰ ਚੁੱਕੋ ਤੇ ਗੁਰੂ ਗ੍ਰੰਥ ਸਾਹਿਬ ਇਹ ਕਹਿੰਦਾ ਹੈ ਤੇ ਰੱਬ ਦੀ ਪ੍ਰਾਪਤੀ ਅਗਰ ਹੋਣੀ ਹੈ ਤਾਂ ਕਰੇ। ਭਾਵੇਂ ਕੋਈ ਲੱਤਾਂ ਤਾਂ ਨੂੰ ਚੁੱਕੇ, ਭਾਵੇਂ ਕੋਈ ਯੋਗ ਸਾਧਨਾ ਧਾਰੇ, ਪਹਾੜਾਂ ਤੇ ਜਾ ਕੇ ਪੂਜਾ ਕਰੇ, ਪਾਠ ਕਰੇ, ਪਰ ਗੁਰੂ ਗ੍ਰੰਥ ਸਾਹਿਬ ਨਹੀਂ ਕਹਿ ਰਿਹਾ ਇਹ। ਤੂੰ ਆਪਣੇ ਆਪ ਨੂੰ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਵੀ ਜੋੜੀ ਜਾ ਰਿਹਾ ਤੇ ਨਾਲ ਦੀ ਨਾਲ ਤੂੰ ਅਕਾਲ ਪੁਰਖ ਦੇ ਉੱਤੇ ਵੀ ਕਿੰਤੂ ਪਰੰਤੂ ਕਰੀ ਜਾਂਦਾ ਆ। ਸਵਾਲ ਦਾ ਜਵਾਬ ਸੁਣ ਕੇ ਤੂੰ ਮੇਰਾ ਵੀ ਰਾਜੀ ਨਹੀਂਗਾ। ਰਾਣੇ ਜਿਹੜਾ ਵਿਦਵਾਨ ਨਾਲ ਚੱਕੀ ਫਿਰਦਾ ਨਾ ਕੋਈ ਨਾਮ ਧਾਰੇ ਕੋ ਬਿਠਾਈ ਜਾ ਕੇ ਜਾਂ ਆਸੂਤੋਸ਼ ਵਾਲਾ ਕੋ ਬਿਠਾਈ, ਫਿਰ ਦੱਸਾਂਗੇ ਕੋਈ ਵਿਦਵਾਨ ਕਿੱਦਾਂ ਜਾ ਤੂੰ ਕੰਮ ਕਰ, ਤੂੰ ਢੱਡਰੀ ਦੇ ਪਿਛਵਾੜੇ ਚੋਂ ਬਾਹਰ ਨਿਕਲ ਤੇ ਫੇਰ ਗੱਲ ਕਰ। ਨਹੀਂ ਫਿਰ ਬਾਰ-ਬਾਰ ਤੂੰ ਨਾਂ ਉਲਟਾ ਲੈ ਆਂਦੇ ਆ। ਮੈਂ ਲੈਣਾ ਇੱਥੇ ਮੇਰਾ ਜੀ ਕਰਦਾ ਆ। ਮੈਂ ਉਲਟੇ ਬੰਦੇ ਦਾ ਨਾਂ ਉਲਟਾ ਹੀ ਲੈਣਾ ਹੁੰਦਾ ਆ। ਤੂੰ ਬਾਕੀ ਸਾਰਿਆਂ ਦਾ ਨਾਂ ਗਣਾਤਾ। ਸੰਪਰਦਾਈ ਆਹ ਨਾਮਧਾਰੀ ਸੰਪਰਦਾਵਾਂ ਐ ਕਰਦੀਆਂ ਨੇ, ਨਾਮਧਾਰੀ ਐ, ਟਕਸਾਲੀ ਐ, ਤੇ ਆਪਣਾ ਤੂੰ ਭੁੱਲ ਗਿਆ ਅਪਗ੍ਰੇਡੀ। ਢੱਡਰੀ ਗੁਰੂ ਗ੍ਰੰਥ ਸਾਹਿਬ ਦੀ ਅੱਧੀ ਤੁਕ ਪੜ੍ਹ ਕੇ ਸ਼ਬਦ ਦੇ ਮਤਲਬ ਦੱਸੀ ਜਾ ਰਿਹਾ। ਗਿਆਨ ਗੁਰੂ ਆ ਢੱਡਰੀ ਕਹਿੰਦਾ। ਹਾਂ ਗਿਆਨ ਗੁਰੂ ਹੈ ਕਿ ਨਹੀਂ ਹੈ? ਬਿਲਕੁਲ ਗਿਆਨ ਗੁਰੂ ਆ। ਨਹੀਂ ਹੈਗਾ ਕਹਿੰਦੇ ਜੇ ਗੱਲ ਚੰਗੀ ਲੱਗਦੀ ਨਹੀਂ ਹੈਗਾ, ਨਹੀਂ ਹੈਗਾ ਤੁਸੀਂ ਨਾ ਮੰਨੋ। ਮੰਨੋ ਕਿਉਂ? ਤੂੰ ਸਾਬਤ ਕਰਦੇ, ਅਸੀਂ ਸਾਬਤ ਕਰਕੇ ਦਿਖਾਉਣੇ ਆ ਵੀ ਗਿਆਨ ਗੁਰੂ ਨਹੀਂ ਹੈਗਾ।
ਜੇ ਢੱਡਰੀ ਤੇਰਾ ਨੇਕੀ ਜਿੰਨਾ ਅਪਗ੍ਰੇਡ ਲਾਣਾ ਹੈ ਸਾਰਿਆਂ ਨੂੰ ਖੁੱਲਾ ਚੈਨਲ ਲਾਈਏ ਗਿਆਨ ਗੁਰੂ ਨੂੰ, ਗਿਆਨ ਗੁਰੂ ਆ, ਸਾਬਤ ਕਰ ਦੇਣ ਵੀ ਗੁਰੂ ਗਿਆਨ ਹੈ। ਨਹੀਂ ਗੁਰੂ ਸਾਬਤ ਕਰਨ ਦੀ ਲੋੜ ਨਹੀਂ, ਆਟੋਮੈਟਿਕ ਚੀਜ਼ ਹੈ ਯਾਰ। ਉਹ ਯਾਰ ਤੁਸੀਂ ਮੰਨੀ ਆਟੋਮੈਟਿਕ ਚੀਜ਼ ਹੈਗੀ ਹੈ, ਦੱਸ ਆਟੋਮੈਟਿਕ ਚੀਜ਼ ਐਵੇਂ ਹੈ ਤਾਂ ਤੁਸੀਂ ਪੜ੍ਹ ਕੇ 4 ਲਾਈਨਾਂ ਢੱਡਰੀ ਦੀਆਂ ਧਾਰਨਾਵਾਂ ਪੜ੍ਹ ਕੇ ਸੁਣਾਦੀਆਂ ਤੇ ਗਿਆਨ ਗੁਰੂ ਆ ਤੇ ਸਾਬਤ ਕਰੋ ਜੇ ਦਮ ਹੈਗਾ ਯਾਰ। ਭੱਜਦਾ ਕਾਹਦੇ ਆ ਤੂੰ ਹੁਣ? ਵੀਰ ਸਾਬਤ ਕਰਨ ਦੀ ਲੋੜ ਨਹੀਂ ਯਾਰ, ਜਿਹੜੀ ਪ੍ਰੈਕਟੀਕਲ ਚੀਜ਼ ਆ, ਜਿਹੜੀ ਸੱਚ ਦਾ ਸੱਚ ਹੀ ਰਹੀ ਹੈ, ਉਹਨੂੰ ਸਾਬਤ ਕੀ ਕਰ ਲੇਗਾ ਤੂੰ? ਇਹ ਤੇਰਾ ਮੰਨਣਾ ਨਾ, ਤੁਸੀਂ ਭੱਜ ਲਓ, ਜਿੰਨਾ ਭੱਜਣਾ ਭੱਜ ਲਓ ਤੁਸੀਂ। ਸੱਚ ਰਹਿਣਾ ਜੇ ਵੀਰ ਜੀ, ਸੱਚ ਹੀ ਰਹਿਣਾ, ਉਹਨੂੰ ਸਾਬਤ ਕਰਨ ਦੀ ਲੋੜ ਨਹੀਂ। ਤੁਸੀਂ ਬਹਿਸ ਕਿਸ ਚੀਜ਼ ਦੀ ਕਰ ਰਹੇ ਹੋ? ਮੰਨੀ ਜਾਓ ਜੋ ਮੰਨਣਾ। ਬਹਿਸ ਕਰਨ ਜੋਗੇ ਹੈ ਹੀ ਨਹੀਂ ਜੀ ਜਿਹੜੇ ਬੰਦੇ, ਬਹਿਸ ਥੋੜੋ ਕਰਨਾ। ਫਿਕਰ ਕਾਦੀ ਹੈ? ਫਿਕਰ ਮੈਂ ਕਿੱਥੇ ਕਰਦਾ, ਮੈਂ ਪੁੱਛਣ ਆਇਆ ਹੈਗਾ ਯਾਰ ਇਹਨਾਂ ਨੂੰ, ਤੁਸੀਂ ਸਮਝਦੇ ਕਿ ਜਦੋਂ ਤੈਨੂੰ ਸਾਰਾ ਕੁਝ ਪਹਿਲਾਂ ਪਤਾ ਹੀ ਆ, ਤੂੰ ਪੁੱਛਣ ਆਇਆ। ਸੱਚ ਹੀ ਰਹਿਣਾ, ਜੇ ਸੱਚ ਨੇ ਸੱਚ ਹੀ ਰਹਿਣਾ, ਤੁਸੀਂ ਕੋਸ਼ਿਸ਼ ਕਿਉਂ ਕਰ ਰਹੇ ਹੋ? ਜੇ ਫਿਕਰ ਨਹੀਂ ਕਰ ਰਹੇ, ਕੋਸ਼ਿਸ਼ ਤੇ ਕਰ ਹੀ ਰਹੇ ਹੋ ਨਾ, ਕੋਸ਼ਿਸ਼ ਕਿਉਂ ਕਰ ਰਹੇ ਹੋ? ਮੁੰਡਾ ਆਇਆ ਨਾ ਵਿਚਾਰ ਕੰਮ ਦੇ ਵਿੱਚ ਚਪੇੜਾ ਵੱਜਦੇ ਨੇ ਉੱਥੇ ਵੀ ਏਦਾਂ ਪਟਾਕੂ ਖਾਣ ਤੇ ਚਲਾ ਗਿਆ ਹੈਗਾ, ਤੇ ਮੈਂ ਤਾਂ ਕਰਕੇ ਗੱਲ ਕਰਦੇ ਹੈਗਾ। ਨਹੀਂ ਉਹ ਗੱਲ ਅਸੀਂ ਕਲੋਜ਼ ਅਪ ਕਰਕੇ ਅਸੀਂ ਹੁਣ ਥੋੜੇ ਉੱਪਰ ਦੇ ਲੈਵਲ ਤੇ ਆਏ ਸੀ ਗੱਲ ਕਰਨ ਵਾਸਤੇ, ਜਿਹਦੇ ਬਾਰੇ ਤੁਸੀਂ ਅਕਾਲ ਪੁਰਖ ਦਾ ਕਾਰਜ ਖੇਤਰ ਪੁੱਛਿਆ ਸੀ। ਹਾਂ ਹੈ ਨਾ, ਅਸੀਂ ਹੁਣ ਪੇੜਾਂ ਵਾਲੀ ਗੱਲ ਤੋਂ ਉੱਪਰ ਆ ਗਏ ਆ। ਉਹ ਸਵਾਲ ਪੁੱਛੀ ਜਾਣਾ ਤੇ ਫੇਰ ਅੱਗੇ ਚੱਲੀ ਜਾਣਾ ਆ। ਜਿਹੜੀ ਗੱਲ ਹੈਗੀ ਆ ਬਈ ਸੁਣ ਤਾਂ ਲੈ, ਅਕਾਲ ਪੁਰਖ ਦਾ ਕਾਰਜ ਖੇਤਰ ਤੇ ਅਕਾਲ ਪੁਰਖ ਦੀ ਕੀ ਡੈਫੀਨੇਸ਼ਨ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਆਪਣੇ ਹਰਦੇਵ ਸਿੰਘ ਜੀ ਦੱਸੋ ਜੀ ਪਹਿਲਾਂ ਤੈਨੂੰ। ਛੋਟੀ ਇੱਕ ਤੇ ਮੂਲ ਮੰਤਰ ਜੋ ਆਕਾਰ ਖੇਤਰ ਹੈ, ਲੇਕਿਨ ਇੱਕ ਛੋਟੀ ਹੀ ਮੈਂ ਪੰਕਤੀ ਬੋਲਣਾ, ਜਿਵ ਤਿਸ ਭਾਵੇ ਤਿਵੇਂ ਚਲਾਵੇ ਜਿਵ ਹੋਏ ਫਰਮਾਨ। ਇਹ ਜੋ ਕਾਰ ਸੰਸਾਰ ਦੀ ਚੱਲ ਰਹੀ ਹੈ, ਇਹ ਸਾਰਾ ਉਹਦਾ ਕਾਰਜ ਖੇਤਰ ਹੈ। ਹਾਂ ਉਹ ਹਿੰਦੂਆਂ ਦਾ ਵੱਖਰਾ, ਜਾਨੇ ਕਿ ਉਹਨਾਂ ਨੇ ਵੱਖਰਾ ਚਲਾਇਆ ਯਾਰ। ਪਤਾ ਨਹੀਂ ਹਿੰਦੂਆਂ ਦਾ ਕੀ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਹੇ ਹੈਗੇ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਜਿਹਨੇ ਮੰਨਣਾ, ਹੁਣ ਤੈਨੂੰ ਕੀ ਲੱਗਦਾ ਜਿਹੜੇ ਸੋ ਕਾਲ ਸਿੱਖ ਨੇ ਨੇਕੀ ਢੱਡਰੀ ਵਰਗੇ ਇਹ ਵੀ ਸਿੱਖ ਨੇ? ਸੱਚ ਕੀ ਤੇ ਮੁਸਲਮਾਨਾਂ ਦਾ ਸੱਚ ਕੀ ਤੇ ਸਿੱਖਾਂ ਦਾ ਸੱਚ ਕੀ? ਸੱਚ ਨੇ ਤੇ ਸੱਚ ਰਹਿਣਾ ਯਾਰ। ਇਹ ਕਾਲੇ ਕੋ ਪੈਂਦੇ ਤੇ ਥੋੜੇ ਚੈਨਲ ਤੇ ਬੈਠੇ ਤੇ ਥੋੜੇ ਥੱਲੇ ਆ ਕੇ ਬੋਲੇ ਨਾ। ਗੱਲ ਕਰ, ਜੇ ਕੋਈ ਕੰਮ ਦੀ ਤੂੰ ਸਵਾਲ ਕਰਕੇ ਤੇ ਨਾਲ ਦੀ ਨਾਲ ਟਿੱਪਣੀਆਂ ਦੇਈ ਜਾਂਦਾ, ਜਾਂਦਾ ਸਵਾਲ ਦਾ ਜਵਾਬ ਸੁਣ। ਹਿੰਦੂ ਜੋ ਮਰਜ਼ੀ ਮੰਨੀ ਜਾਣ ਉਹਨੂੰ, ਅਸੀਂ ਕਿਸੇ ਨੂੰ ਰੋਕ ਸਕਦੇ ਹਾਂ ਮੰਨਣ ਤੋਂ? ਹੁਣ ਢੱਡਰੀ ਕਹੀ ਜਾਂਦਾ ਵੀ ਗਿਆਨ ਗੁਰੂ ਆ, ਅਸੀਂ ਨਹੀਂ ਰੋਕ ਸਕਦੇ। ਅਸੀਂ ਉਹਨੂੰ ਚੈਲੰਜ ਕਰ ਸਕਦੇ ਹਾਂ ਵੀ ਤੂੰ ਗਲਤ ਆ। ਹਰਦੇਵ ਸਿੰਘ ਜਮੂਨਾ ਨੇ ਚਿੱਠੀਆਂ ਪਾਤੀਆਂ ਉਹਨੂੰ ਵੀ ਮੈਂ ਤੇਰੇ ਨਾਲ ਗੱਲਬਾਤ ਕਰਨੀ ਹੈ ਗਿਆਨ ਗੁਰੂ ਦੇ ਵਿਸ਼ੇ ਤੇ, ਕੁਦਰਤ ਕਾਦਰ ਦੇ ਵਿਸ਼ੇ ਤੇ। ਢੱਡਰੀਆਂ ਵਾਲੇ ਦਾ ਅੱਜ ਤੱਕ ਜਵਾਬ ਨਹੀਂ ਆਇਆ ਆਪਣੇ ਵੀ ਮੈਂ ਗੱਲ ਕਰਨੀ ਹੈ ਕਿ ਨਹੀਂ ਕਰਨੀ ਹੈ। ਤੁਸੀਂ ਉੱਥੇ ਬੈਠ ਕੇ ਸਟੇਟਮੈਂਟ ਦੇ ਦਿੱਤੀ, ਸਾਬਤ ਕਰਨ ਵੇਲੇ ਤੁਹਾਡੀ ਮੌਤ ਪੈ ਜਾਂਦੀ ਹੈ ਤੁਹਾਨੂੰ, ਜਿਹੜੀ ਸਟੇਟਮੈਂਟ ਦਿੱਤੀ ਹੈ। ਉਹਨਾਂ ਦੇ ਬਾਰੇ ਮੈਂ ਕੋਈ ਸੁਣਾਈ ਨਹੀਂ ਦੇਣ ਆਇਆ ਇੱਥੇ। ਹਾਂ ਤੂੰ ਆਪ ਨਹੀਂ ਹੈਗਾ ਮੰਨ ਕੇ, ਤੂੰ ਆਪ ਕਹਿੰਦਾ ਮੈਂ ਡਿਬੇਟ ਨਹੀਂ ਕਰ ਸਕਦਾ ਵੀ ਗਿਆਨ ਗੁਰੂ ਆ, ਵੀ ਜਿਹੜੀ ਗੱਲ ਯੂਨੀਵਰਸਲ ਅਸੀਂ ਨਹੀਂ ਮੰਨਦੇ ਹੈਗੇ ਇਹਨੂੰ ਵੀ ਇਹ ਤੇਰਾ ਗਿਆਨ ਗੁਰੂ ਆ। ਅਸੀਂ ਕਹਿੰਦੇ ਗਿਆਨ ਪੈਦਾ ਕਰਨ ਵਾਲਾ ਗੁਰੂ ਆ, ਇਹਨੂੰ ਸਾਬਤ ਕਰਕੇ ਦਿਖਾ ਦਿੰਦੇ ਆ। ਸਾਬਤ ਕਰਦਾ ਨਾ ਫਿਰ ਦੁਨੀਆ ਨੂੰ ਸੁਣ ਲੈਣਾ ਆਟੋਮੈਟਿਕ ਕਰਦਾ। ਅਸੀਂ ਬੜੀ ਵਾਰੀ ਕਰਦਾ। ਤੂੰ ਸਟੇਟਮੈਂਟ ਦੇ ਵੀ ਗਿਆਨ ਗੁਰੂ ਆ ਤੇ ਸਾਬਤ ਕਰਕੇ ਦਿਖਾ ਦੇ ਵੀ ਗਿਆਨ ਗੁਰੂ ਆ। ਤੇ ਅਸੀਂ ਸਟੇਟਮੈਂਟ ਅਸੀਂ ਤਾਂ ਕਰ ਚੁੱਕੇ ਹਾਂ ਬੜੀ ਵਾਰੀ, ਅਸੀਂ ਚੈਲੰਜ ਵੀ ਕਰ ਚੁੱਕੇ ਹਾਂ। ਢੱਡਰੀ ਨੂੰ ਕਰ ਪ੍ਰਚਾਰ ਆ ਕੇ ਡਿਬੇਟ ਤੇਰੇ ਡੇਰੇ 'ਚ ਕਰਾਂਗੇ ਡਿਬੇਟ, ਨਾਲੇ ਲਾਈਵ ਕਰ ਲਈ ਜਿੱਥੇ ਵੀ ਕਰਨੀ ਹੈ। ਡਿਬੇਟ ਦਾ ਮਤਲਬ ਕੀ ਹੁੰਦਾ? ਡਿਬੇਟ ਦਾ ਮਤਲਬ ਹੁੰਦਾ ਹੈ ਜਦੋਂ ਕਿਸੇ ਇੱਕ ਪੁਆਇੰਟ ਦੇ ਉੱਤੇ ਤੁਹਾਡੀਆਂ ਦੋ ਅਲੱਗ-ਅਲੱਗ ਵਿਚਾਰਧਾਰਾਵਾਂ ਹੋਣ, ਉਹਦੇ ਵਿੱਚੋਂ ਕਿਹਦੀ ਵਿਚਾਰਧਾਰਾ ਠੀਕ ਹੈਗੀ ਆ ਉਹ ਤੁਸੀਂ ਆਪੋ ਆਪਣੇ ਤੱਥ ਰੱਖਦੇ ਹੋ, ਆਪੋ ਆਪਣੀ ਜਿਹੜੀ ਤੁਹਾਡੀ ਆਈਡੀਓਲੋਜੀ ਨੂੰ ਸਾਬਤ ਕਰਨ ਵਾਸਤੇ। ਤੇ ਜਿਹੜੀ ਆਡੀਅנס ਆ ਉਹ ਡਿਬੇਟ ਨੂੰ ਸੁਣਦੀ ਆ, ਉਹ ਡਿਸਾਈਡ ਕਰਦੀ ਆ ਵੀ ਕਿਹਦੇ ਤੱਥ ਜ਼ਿਆਦਾ ਸੋਲਿਡ ਨੇ। ਤੂੰ ਸੁਣਦਾ ਲੈ ਹੁਣ। ਨਹੀਂ ਤੂੰ ਹੈ ਨਹੀਂ ਲਈਆ ਕੀ? ਨਹੀਂ ਓਕੇ ਦੱਸ। ਹਾਂ ਤੈਨੂੰ ਮੈਂ ਗੱਲ, ਤੂੰ ਪੁੱਛਿਆ ਵੀ ਡਿਬੇਟ ਕੀ ਹੁੰਦੀ ਆ, ਹੁਣ ਮੈਂ ਤੁਹਾਨੂੰ ਦੱਸ ਰਿਹਾ ਡਿਬੇਟ ਕੀ ਹੁੰਦੀ ਆ। ਤੂੰ ਨਹੀਂ ਇਹ ਡਿਬੇਟ ਹੁੰਦੀ ਆ। ਹਾਂ ਡਿਬੇਟ ਤੈਨੂੰ ਸਮਝਾਦਾ, ਤੈਨੂੰ ਤੂੰ ਨਹੀਂ ਕਾਹਦੇ ਤੇ ਕਰਦਾ ਤੂੰ ਵੀ ਡਿਬੇਟ ਇਹ ਨਹੀਂ ਹੁੰਦੀ ਡਿਬੇਟ। ਮੈਂ ਤਾਂ ਡਿਬੇਟਾਂ ਮੈਂ ਪਹਿਲਾਂ ਵੀ ਵੇਖੀਆਂ ਨਾ, ਵੇਖੀਆਂ ਨੇ। ਤੂੰ ਮੈਨੂੰ ਪੁੱਛਿਆ ਡਿਬੇਟ ਕੀ ਹੁੰਦੀ ਹੈ, ਮੈਂ ਤੈਨੂੰ ਡਿਫਾਈਨ ਕੀਤਾ ਆਹ ਡਿਬੇਟ ਹੁੰਦੀ ਆ। ਤੇ ਢੱਡਰੀਆਂ ਵਾਲੇ ਨੂੰ ਬੇਨਤੀ ਕਰ ਚੁੱਕੇ ਨੇ ਹਰਦੇਵ ਸਿੰਘ ਜਮੂਨੀ ਲਿਖਤੀ ਕਾਦਰ ਕੁਦਰਤ ਤੇ ਜਿਹੜਾ ਕੁਦਰਤ ਹੀ ਰੱਬ ਆ, ਗਿਆਨ ਹੀ ਗੁਰੂ ਆ। ਸੌਰੀ ਨਹੀਂ ਕਿੱਥੋਂ ਆ ਗਈ? ਢੰਡਿਆਂ ਦੀ ਗੱਲ ਹੀ ਨਹੀਂ ਕਰਦਾ ਇੱਥੇ, ਮੈਂ ਢੰਡਿਆਂ ਦੀ ਗੱਲ ਹੀ ਨਹੀਂ ਕਰਦਾ। ਡਿਬੇਟ ਵਾਸਤੇ ਕਿਹਾ ਹੋਊਗਾ, ਇੱਕ ਨੇ ਨਹੀਂ ਕਿਹਾ, ਕੱਲੇ ਰਾਣੇ ਨੇ। ਉੱਥੇ ਪਤਾ ਨਹੀਂ ਕਿੰਨੇ ਤੁਸੀਂ ਆਪ ਹੀ ਸਿਆਣੇ ਦੇ 15-20 ਟਕਸਾਲਾਂ ਨੇ, ਬਾਕੀ ਡੇਰਿਆਂ ਵਾਲੇ ਕਿਸੇ ਉਹ ਕਹਿੰਦਾ ਉਹਦਾ ਜਵਾਬ ਆ ਦੇ ਚੁੱਕੇ ਸੀ ਵੀ ਢੱਡਰੀ ਕਹਿੰਦਾ ਹਰੇਕ ਕੋਈ ਮੇਰਾ ਮਾਮਾ ਨਾ ਬਣਨ ਲੱਗ ਪਵੇ। ਤੇ ਢੱਡਰੀ ਹੁਣ ਤੱਕ ਕਿਹਦਾ ਮਾਮਾ ਬਣਿਆ? ਕਿਸੇ ਇੱਕ ਬੰਦੇ ਨਾਲ ਡਿਬੇਟ ਕੀਤੀ ਆ ਉਹਨੇ? ਸੁਣ ਮੈਂ ਢੰਡਿਆਂ ਦੀ ਗੱਲ ਥੋੜਾ ਕਰਨਾ ਆਇਆ ਇੱਥੇ, ਤੂੰ ਜਾਣ ਕੇ ਢੰਡੇ ਕਰੀ ਜਾਂਦਾ ਵਾ। ਨਹੀਂ ਤੂੰ ਢੱਡਰੀਆਂ ਵਾਲੇ ਦੀ ਲਾਈਨ ਬੋਲਦਾ ਨਾ, ਤੂੰ ਢੱਡਰੀਆਂ ਵਾਲੇ ਦੀ ਲਾਈਨ ਜੋ ਫੜੀ ਹੋਈ ਹੈ। ਤੁਸੀਂ ਇਹ ਦੱਸੋ ਕਿ ਇਹ ਕੁਦਰਤ ਦਾ ਕਾਰਜ ਖੇਤਰ ਕੀ ਹੈ?
ਮੈਂ ਤੁਹਾਨੂੰ ਦੱਸਦਾ ਜੰਮੂ ਸਾਹਿਬ ਸੁਣੋ, ਦੱਸੋ ਅਸਾਂ ਡਿਬੇਟ ਦੀ ਗੱਲ ਕਰਦੇ, ਕਾਨਪੁਰ ਡਿਸਕਸ਼ਨ ਹੋਈ, ਤੁਸੀਂ ਕਹਿੰਦੇ ਜਿਹੜੇ ਆਮ ਬੰਦੇ ਨੇ ਉਹ ਬਾਅਦ ਦੇ ਵਿੱਚ ਫੈਸਲਾ ਕਰਨਗੇ। ਆਮ ਬੰਦੇ ਦੇ ਇੱਥੇ ਕੌਣ ਸੁਣਦਾ ਪੰਜਾਬ ਦੇ ਵਿੱਚ ਬਈ? ਉਹ ਸੁਣਦਾ ਨਹੀਂ, ਇਹਨੂੰ ਪਤਾ ਹੀ ਨਹੀਂ, ਇਹਨੂੰ ਪਤਾ ਹੀ ਨਹੀਂ, ਡਿਬੇਟ ਤੋਂ ਹੀ ਨਹੀਂ ਪਤਾ ਹੁੰਦਾ। ਤੁਸੀਂ ਕਾਦਰ ਦੇ ਕਾਰਜ ਖੇਤਰ ਪੁੱਛਿਆ ਤੇ ਮੈਂ ਤੁਹਾਨੂੰ ਦੱਸਿਆ ਤੁਸੀਂ ਕਾਦਰ ਨੂੰ ਨਹੀਂ ਮੰਨਦੇ ਤੇ ਕੁਦਰਤ ਨੂੰ ਤੁਸੀਂ ਮੰਨਦੇ ਹੋ? ਕੁਦਰਤ ਨੂੰ, ਕੁਦਰਤ ਹੈ ਨਹੀਂ, ਕੁਦਰਤ ਹੈ, ਨਿਯਮ ਬਣੇ ਇੱਕ ਸਮਾਜ ਦੇ ਵਿੱਚ ਜਿੱਦਾਂ ਰਹਿੰਦੇ, ਜਿੰਨੀ ਸਾਡੀ ਔਕਾਤ ਹੈ ਉਸ ਹਿਸਾਬ ਨਾਲ ਰਹਿੰਦੇ ਨੇ। ਕੁਦਰਤ ਦੇ ਨਿਯਮਾਂ ਦਾ ਕਾਰਜ ਖੇਤਰ ਕੀ ਹੈ? ਕਾਰਜ ਖੇਤਰ ਜਿੱਥੇ ਤੁਸੀਂ ਰਹਿੰਦੇ, ਜਿੱਦਾਂ ਮੈਂ ਰਹਿੰਦਾ, ਜਿੱਥੇ ਮੈਂ ਰਹਿੰਦਾ ਉੱਥੇ ਆਪਣੇ ਫਰਜ਼ ਪੂਰੇ ਕਰਨ ਦੇ ਆ, ਮੈਨੂੰ ਹੋਰ ਜਾਣਨ ਦੀ ਲੋੜ ਹੀ ਨਹੀਂ। ਇਹ ਕੁਦਰਤ ਦਾ ਕਾਰਜ ਖੇਤਰ ਹੈ। ਤੁਹਾਡੇ ਫਰਜ਼ ਤਾਂ ਜਿਹੜੇ ਹੈਗੇ ਨੇ ਤੁਹਾਡੇ ਸਮਾਜ ਨੇ ਬਣਾਏ ਨੇ, ਕੁਝ ਗਵਰਨਮੈਂਟ ਨੇ ਬਣਾਏ ਨੇ, ਟ੍ਰੈਫਿਕ ਨਿਯਮ ਨੇ ਜਿਹੜੇ। ਇੱਕ ਮਿੰਟ ਜੇ ਤੁਸੀਂ ਕੁਦਰਤ ਦੇ ਕਾਰਜ ਖੇਤਰ ਦੇ ਵਿੱਚ ਆਪਣੇ ਆਪਣੇ ਫਰਜ਼ ਪੂਰੇ ਕਰ ਰਹੇ ਹੋ ਤੇ ਕੁਦਰਤ ਇੰਨੀ ਕਮਜ਼ੋਰ ਕਿੱਦਾਂ ਪੈ ਗਈ ਕਿ ਉਹਨਾਂ ਨੂੰ ਢੱਡਰੀਆਂ ਵਾਲਾ ਸਾਹਿਬ ਦੀ ਤੇ ਪ੍ਰਵਚਨ ਦੀ ਲੋੜ ਪੈ ਗਈ ਹੈ ਕਿ ਉਹ ਕਹਿੰਦੇ ਕਿ ਮੈਂ ਸਿਖਾਵਾਂਗਾ ਕਿ ਫੈਸਲੇ ਕਿਸ ਤਰ੍ਹਾਂ ਕਰਨੇ। ਮੈਨੇ ਤਾਂ ਹੋਰ ਕਿੰਨਾ ਕਿ ਸਿਖਾਉਣਾ ਹੈਗਾ ਉੱਥੇ। ਇੱਕ ਮਿੰਟ, ਉਹਨੇ ਥੋਪੀ ਥੋੜੀ ਗੱਲ ਕਿਸੇ ਦੇ ਭਾਈ, ਥੋਪੀ ਤੇ ਤੁਸੀਂ ਤਾਂ ਥੋਪਣ ਦੇ ਭਾਈ ਜੀ, ਅਸੀਂ ਥੋਪਣ ਨਹੀਂ ਰਹੇ। ਅਸੀਂ ਜਿਹੜੀ ਕੁਦਰਤ ਦਾ ਕਾਰਜ ਖੇਤਰ ਹੈ ਕਿ ਮੈਂ ਆਪਣੀ ਜਗ੍ਹਾ ਬੈਠ ਕੇ ਆਪਣਾ ਕੰਮ ਕਰ ਰਿਹਾ ਤੇ ਫਿਰ ਸਾਰੇ ਜੀ ਆਪਣੀ ਆਪਣੀ ਜਗ੍ਹਾ ਆਪਣਾ ਆਪਣਾ ਕੰਮ ਕੁਦਰਤ ਕਰਵਾ ਰਹੀ ਹੈ ਤੇ ਫਿਰ ਇਹ ਪ੍ਰਚਾਰ ਕਰਨ ਦੀ ਕੀ ਲੋੜ ਪਈ ਹੈ ਦੀਵਾਨ ਲਾ ਕੇ? ਨਹੀਂ ਤਾਂ ਉਹ ਤਾਂ ਉਹਨਾਂ ਨੂੰ ਕਹੋ ਨਾ ਵੀ ਆਪਣੇ ਬਾਬੇ ਬੂਬੇ ਨੂੰ ਕਹੋ ਜਿਨ੍ਹਾਂ ਤੇ ਤੁਸੀਂ ਸਿਸਟਮ ਦੇ ਹਿੱਸਾ ਦੇ। ਅਸੀਂ ਬਾਬਿਆਂ ਨੂੰ ਕਹਿੰਦੇ ਸਾਡਾ ਬਾਬਾ ਗੁਰੂ ਗ੍ਰੰਥ ਸਾਹਿਬ ਹੈ। ਬਸ ਕੁਦਰਤ ਦੇ ਨਿਯਮਾਂ ਤੋਂ ਬਾਹਰ ਨਾ, ਬਾਬੇ ਕੁਦਰਤ ਦੇ ਨਿਯਮਾਂ ਤੋਂ ਬਾਹਰ ਹੋ ਗਏ। ਮੇਰੇ ਸਾਰੇ ਕਿਸ ਤਰ੍ਹਾਂ ਤੁਸੀਂ ਕੁਦਰਤ ਤੁਹਾਡੀ ਕੁਦਰਤ ਦੇ ਨਿਯਮਾਂ ਤੋਂ ਬਾਹਰ ਕਿਸ ਤਰ੍ਹਾਂ ਬਾਹਰ ਹੋ ਗਏ? ਨਹੀਂ ਤੁਸੀਂ ਜਾਣ ਬੁੱਝ ਕੇ ਢੰਡੇ ਵਾਲਾ ਵਿੱਚ ਫਸਾਈ ਜਾਂਦੇ, ਜਾਣ ਕੇ ਜਿਹੜੇ ਤੇਰੇ ਦਿਮਾਗ ਦੇ ਜਿਹੜੇ ਤੇਰੇ ਬਾਈ। ਮੈਂ ਤੇ ਤੁਹਾਡੇ ਕੁਦਰਤ ਦੇ ਕਾਰਜ ਖੇਤਰ ਦੀ ਗੱਲ ਕਰ ਰਿਹਾ ਕਿ ਕੁਦਰਤ ਦੇ ਕਾਰਜ ਖੇਤਰ ਬਾਬਿਆਂ ਤੱਕ ਕਿਉਂ ਨਹੀਂ ਹੈ? ਬਾਬੇ ਕੁਦਰਤ ਦੇ ਕਾਰਜ ਖੇਤਰ ਤੋਂ ਬਾਹਰ ਕਿਸ ਤਰ੍ਹਾਂ ਚਲੇ ਗਏ? ਨਹੀਂ, ਮੈਂ ਤੁਹਾਨੂੰ ਦੱਸਦਾ ਜੰਮੂ ਸਾਹਿਬ, ਮੈਂ ਸਿੱਧੀ ਗੱਲ ਕਰਦਾ, ਇੱਕ ਨਿਯਮ ਬਣਿਆ ਜਿੱਥੇ ਮੇਰੀ ਜਿੰਨੀ ਕਿ ਮੇਰੀ ਔਕਾਤ ਹੈ, ਜਿੱਥੇ ਮੈਂ ਰਹਿਣਾ ਵਾ, ਜਿੱਥੇ ਮੈਂ ਡਿਊਟੀ ਕਰਦਾ, ਉਹਦੇ ਹਿਸਾਬ ਨਾਲ ਮੈਂ ਆਪਣੇ ਫਰਜ਼ ਪੂਰੇ ਕਰੀ ਜਾਂਦਾ। ਉਹ ਜਿਹੜੀ ਜੌਬ ਤੁਹਾਡੀ, ਮੈਂ ਵੀਰ ਜੀ ਤੁਸੀਂ ਵੀਰ ਜੀ ਮੇਰਾ ਸਵਾਲ ਕਾਨੂੰਨ ਬਣੇ ਕੁਦਰਤ ਤੇ ਯਕੀਨ ਕਰਦੇ ਹੋ? ਮੈਂ ਪੁੱਛਿਆ ਤੁਸੀਂ ਕੁਦਰਤ ਤੇ ਯਕੀਨ ਕਰਦੇ ਹੋ? ਤੁਸੀਂ ਕਿਹਾ ਮੈਂ ਕੁਦਰਤ ਤੇ ਯਕੀਨ ਕਰਨਾ। ਮੈਂ ਕਿਹਾ ਕੁਦਰਤ ਦਾ ਕਾਰਜ ਖੇਤਰ ਕੀ ਹੈ? ਤੁਸੀਂ ਕਿਹਾ ਕਿ ਕੁਦਰਤ ਦਾ ਕਾਰਜ ਖੇਤਰ ਇਹ ਹੈ ਬੈਠੇ ਹੋ, ਮੈਂ ਆਪਣੀ ਜਗ੍ਹਾ ਬੈਠਾ, ਆਪੋ ਆਪਣੇ ਅਸੀਂ ਫਰਜ਼ ਪੂਰੇ ਕਰ ਰਹੇ ਹਾਂ। ਹੁਣ ਇਹ ਦੱਸੋ ਕਿ ਇਸ ਕੁਦਰਤ ਦੇ ਕਾਰਜ ਦੇ ਖੇਤਰ ਵਿੱਚੋਂ ਬਾਬੇ ਕਿਸ ਤਰ੍ਹਾਂ ਬਾਹਰ ਚਲੇ ਗਏ ਨਾ? ਕੁਦਰਤ ਦਾ ਕਾਰਜ ਖੇਤਰ ਇਤਨਾ ਕਮਜ਼ੋਰ ਕਿਸ ਤਰ੍ਹਾਂ ਕਿ ਬਾਬੇ ਉਹਦੀ ਗ੍ਰਿਫਤ ਤੋਂ ਬਾਹਰ ਚਲੇ ਗਏ, ਉਹਦੀ ਪਕੜ ਤੋਂ ਬਾਹਰ ਚਲੇ ਗਏ। ਹੁਣ ਤੁਸੀਂ ਖਿੱਚ ਕੇ ਬਾਬਿਆਂ ਨੂੰ, ਨੌਜਵਾਨ ਪੀੜ੍ਹੀ ਨੂੰ ਫਰਜ਼ ਸਿਖਾ ਰਹੇ ਹੋ, ਸਿੱਖੋ ਕੁਦਰਤ ਦੇ ਨਿਯਮ ਸਿੱਖੋ, ਤੇ ਉਹ ਬੰਦੇ ਕੁਦਰਤ ਦਾ ਨਿਯਮ ਤੋੜ ਕੇ ਕੁਦਰਤ ਦੇ ਨਿਯਮ ਤੋਂ ਬਾਹਰ ਕਿਸ ਤਰ੍ਹਾਂ ਚਲੇ ਗਏ? ਨਹੀਂ, ਉਹ ਤਾਂ ਜਿਹੜਾ ਸਿਸਟਮ ਚੱਲਣ ਦਿਆ ਹੈ ਨਾ ਇੰਡੀਆ ਦੇ ਵਿੱਚ, ਪਹਿਲਾਂ ਬਾਬਾ ਵਾ ਚੱਲਣ ਦਿਆ ਹੈ ਨਾ, ਉਹਦੇ ਤੇ ਮਤਲਬ ਕੋਈ ਗੱਲਬਾਤ ਨਹੀਂ। ਬਾਬੇ ਵੀ ਕੁਦਰਤ ਦੇ ਨਿਯਮ ਕੀ ਕੰਮ ਕਰ ਰਹੇ ਨੇ। ਬਾਬੇ ਨੂੰ ਸਿਰਫ ਛੱਡੋ, ਹੁਣ ਹਰ ਇੱਕ ਨੌਜਵਾਨ ਦੀ ਗੱਲ ਕਰੋ, ਹਰ ਇੱਕ ਬੰਦੇ ਦੀ ਗੱਲ ਕਰੋ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਅਸੀਂ ਫਰਜ਼ ਸਿਖਾਣੇ ਨੇ, ਜਮਾਰੀ ਸਿਖਾਣੀ ਹੈ। ਜਿਹੜੇ ਫਰਜ਼ ਨਹੀਂ ਸਿੱਖ ਰਹੇ, ਜਿਹੜੇ ਜਮਾਰੀ ਨਹੀਂ ਸਿੱਖ ਰਹੇ, ਉਹ ਕੁਦਰਤ ਦੇ ਨਿਯਮਾਂ ਤੋਂ ਬਾਹਰ ਕਿਸ ਤਰ੍ਹਾਂ ਚਲੇ ਗਏ? ਕੁਦਰਤ ਇਤਨੀ ਕਮਜ਼ੋਰ ਕਿਸ ਤਰ੍ਹਾਂ ਹੋ ਗਈ ਕਿ ਉਹ ਉਹਦੇ ਕਾਰਜ ਦੇ ਖੇਤਰ ਤੋਂ ਬਾਹਰ ਚਲੇ ਗਏ ਬੰਦੇ? ਨਹੀਂ, ਕੁਦਰਤ ਥੋੜੀ ਬਾਹਰ ਹੋ ਗਈ, ਬੰਦੇ ਹੀ ਬਾਹਰ ਗਏ ਨਾ, ਉਹਨਾਂ ਦੇ ਵਿੱਚ ਉਹਨਾਂ ਨੇ ਪੜ੍ਹਾਏ ਇਦਾਂ ਦਾ ਸਿਸਟਮ ਇਦਾਂ ਦਾ ਬੰਦਾ ਕੁਦਰਤ ਦੇ ਨਿਯਮਾਂ ਤੋਂ ਬਾਹਰ ਚਲਾ ਗਿਆ, ਇਹ ਕਿਸ ਤਰ੍ਹਾਂ ਪੋਸੀਬਲ ਹੈ? ਹਾਂ ਯਾਰ ਬਿਲਕੁਲ, ਜਿਹੜੀ ਕੁਦਰਤ ਦੇ ਨਿਯਮ 'ਚ ਸਾਰਾ ਕੁਝ ਚੱਲ ਰਿਹਾ ਤੇ ਬੰਦੇ ਬਾਹਰ ਕਿੱਦਾਂ ਹੋ ਰਹੇ? ਨਿਯਮ ਵਿੱਚ ਤੁਸੀਂ ਕਹਿੰਦੇ ਹੋ ਬੰਦਾ ਕੁਦਰਤ ਦੇ ਨਿਯਮ ਵਿੱਚ ਹੈ ਲੇਕਿਨ ਕੁਦਰਤ ਤੋਂ ਬਾਹਰ ਚਲਾ ਗਿਆ, ਇਹ ਕਿਸ ਤਰ੍ਹਾਂ ਪੋਸੀਬਲ ਹੈ? ਨਹੀਂ, ਮੈਂ ਵਿਦਵਾਨ ਥੋੜੀ, ਮੈਂ ਆਪਣੀ ਗੱਲ ਰੱਖੀ ਆ ਉਹਦੇ ਉੱਤੇ। ਮੈਂ ਕਿਹਾ ਕਿ ਜਿਹੜਾ ਬੰਦਾ ਇਹ ਕਹਿ ਰਿਹਾ ਆ, ਦੱਸੇ ਐਡਾ ਯਾਰ ਝੂਠੂਪਣਾ ਇਹਦਾ। ਇਹ ਬੰਦਾ ਕਹਿੰਦਾ ਵੀ ਅਕਾਲ ਪੁਰਖ ਹੈ ਨਹੀਂਗਾ ਤੇ ਐਡੀ ਵੱਡੀ ਸਟੇਟਮੈਂਟ ਦੇਣ ਵਾਲਾ ਬੰਦਾ ਹੁਣ ਕਹਿ ਰਿਹਾ ਮੈਂ ਵਿਦਵਾਨ ਨਹੀਂਗਾ। ਮੈਂ ਸੁਣੋ, ਬੇਵਕੂਫ ਬਣਾ ਰਿਹਾ ਆ, ਬੇਵਕੂਫ ਹੈ, ਸਾਰੀ ਦੁਨੀਆ ਨੂੰ ਬੇਵਕੂਫ ਸਮਝਦਾ ਹੈ। ਆਖਰ ਤਾਂ ਸੁਣ ਲਓ, ਨਹੀਂ ਮੈਂ ਨਹੀਂ ਸਮਝਦਾ ਬੇਵਕੂਫ, ਮੈਂ ਸਮਝਦਾ ਕਿਸੇ ਨਹੀਂ। ਜਿਹੜਾ ਬੰਦਾ ਹੁਣ ਤਾਂ ਬਾਈ ਤੈਂ ਕਹਿੰਦਾ ਵੀ ਮੈਂ ਵਿਦਵਾਨ ਨਹੀਂਗਾ, ਫਿਰ ਇੱਕ ਪਾਸੇ ਆਪਣੀ ਸਟੇਟਮੈਂਟ ਆ ਜਾਂਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕਾਲ ਪੁਰਖ ਨਾਂ ਦੀ ਕੋਈ ਗੱਲ ਹੈ ਹੀ ਨਹੀਂ, ਤੇ ਇਹ ਵਿਦਵਾਨੀ ਵਾਲੀ ਸਟੇਟਮੈਂਟ ਨਹੀਂ ਤਾਂ ਹੋਰ ਕਾਹਦੀ ਸਟੇਟਮੈਂਟ ਹੈ ਇਹ? ਚਲੋ ਤੁਸੀਂ ਜੰਮੂ ਸਾਹਿਬ ਤੁਸੀਂ ਉਹ ਕਰਨੀ ਹੈ ਗੱਲ, ਮੈਂ ਮਿਊਟ ਹਾਂ ਜੀ ਜਮੇ। ਹਾਂਜੀ 2 ਮਿੰਟ ਦੇਖੋ ਭਾਈ ਸਾਹਿਬ, ਸੁਣੋ ਮੇਰੀ ਗੱਲ, ਮੇਰੀ ਗੱਲ ਸੁਣੋ ਧਿਆਨ ਨਾਲ, ਠਰਮੇ ਨਾਲ ਸੁਣੋ। ਤੁਸੀਂ ਮੈਨੂੰ ਪੁੱਛਿਆ ਅਕਾਲ ਪੁਰਖ ਦਾ ਕਾਰਜ ਖੇਤਰ ਕੀ ਹੈ, ਮੈਂ ਤੁਹਾਨੂੰ ਅਕਾਲ ਪੁਰਖ ਦਾ ਕਾਰਜ ਖੇਤਰ ਦੱਸਣਾ, ਗੁਰਬਾਣੀ ਦੀ ਪੰਕਤੀ ਕੋਟ ਕੀਤੀ। ਤੁਸੀਂ ਕਿਹਾ ਨਹੀਂ ਮੈਂ ਉਹ ਨਹੀਂ ਮੰਨਦਾ, ਮੈਂ ਕਿਸੇ ਵੀ ਕਾਦਰ ਨੂੰ ਨਹੀਂ ਮੰਨਦਾ, ਨਾ ਹੀ ਉਹਦੇ ਕਾਰਜ ਖੇਤਰ ਨੂੰ ਮੰਨਣਾ। ਮੈਂ ਤੁਹਾਨੂੰ ਪੁੱਛਿਆ ਕੁਦਰਤ ਨੂੰ ਮੰਨਦੇ ਹੋ? ਤੁਸੀਂ ਕਿਹਾ ਹਾਂ ਮੈਂ ਕੁਦਰਤ ਨੂੰ ਮੰਨਣਾ, ਕੁਦਰਤ ਦੇ ਨਿਯਮਾਂ ਨੂੰ ਮੈਂ ਮੰਨਣਾ। ਹੁਣ ਮੈਂ ਪੁੱਛਿਆ ਕਿ ਕੁਦਰਤ ਦੇ ਨਿਯਮਾਂ ਦਾ ਕੀ ਕਾਰਜ ਖੇਤਰ ਹੈ? ਤੁਸੀਂ ਆਪਣੀ ਤੇ ਮੇਰੀ ਐਗਜ਼ਾਮਪਲ ਲੈ ਕੇ ਦੱਸਿਆ ਕਿ ਜੇ ਤੁਸੀਂ ਆਪਣੀ ਜਗ੍ਹਾ ਆਪਣਾ ਕੰਮ ਕਰ ਰਹੇ ਹੋ, ਮੈਂ ਆਪਣੀ ਜਗ੍ਹਾ ਆਪਣੇ ਫਰਜ਼ ਨਿਭਾ ਰਿਹਾ, ਤੁਸੀਂ ਆਪਣੀ ਜਗ੍ਹਾ ਆਪਣੇ ਨਿਭਾ ਰਹੇ ਹੋ, ਇਹ ਕੁਦਰਤ ਦਾ ਕਾਰਜ ਖੇਤਰ ਹੈ। ਹੁਣ ਮੈਂ ਪੁੱਛਿਆ ਕਿ ਉਸ ਕੁਦਰਤ ਦੇ ਕਾਰਜ ਦੇ ਖੇਤਰ ਦੇ ਵਿੱਚ ਆਦਮੀ ਵੀ ਉਸੇ ਕੰਟਰੋਲ ਵਿੱਚ ਹੈ। ਹੁਣ ਆਦਮੀ
ਉਸ ਕੁਦਰਤ ਦੇ ਕਾਰਜ ਦੇ ਖੇਤਰ ਵਿੱਚੋਂ ਬਾਹਰ ਕਿਸ ਤਰ੍ਹਾਂ ਚਲਾ ਗਿਆ ਕਿ ਤੁਹਾਡੇ ਵਰਗੇ ਸੱਜਣ, ਭਾਈ ਸਾਹਿਬ ਵਰਗੇ ਸੱਜਣ, ਰੇਡੀਓ ਵਰਗੇ ਸੱਜਣ ਰੋਲਾ ਪਾ ਕੇ ਥੱਲੇ ਕਮੈਂਟਸ ਕਰਕੇ ਬੰਦੇ ਨੂੰ ਕੁਦਰਤ ਦੇ ਨਿਯਮ ਵਿੱਚ ਲਿਆ ਰਹੇ ਨੇ, ਤੇ ਬੰਦਾ ਕੁਦਰਤ ਦੇ ਨਿਯਮ ਤੋਂ ਕੁਦਰਤ ਦੇ ਕਾਰਜ ਦੇ ਖੇਤਰ ਤੋਂ ਬਾਹਰ ਗਿਆ ਕਿਸ ਤਰ੍ਹਾਂ? ਮੈਂ ਦੱਸਣਾ ਬੰਦੂ ਸਾਹਿਬ, ਦੱਸੋ। ਤੁਸੀਂ ਕਹਿੰਦੇ ਨਾ ਗੁਰਬਾਣੀ ਦੀ ਪੰਕਤੀ ਪੜ੍ਹ ਕੇ ਮੈਂ ਤੁਹਾਨੂੰ ਦੱਸਣ ਲੱਗਾ ਵੀ ਕੋਈ ਦਾ ਕਾਲ ਪੁਰਖ ਆ। ਮੈਂ ਗੱਲ ਕਰਨਾ ਚਾਹੁੰਦਾ ਵੀ ਸਾਰੇ ਪ੍ਰਚਾਰਕ ਜਾਂ ਜਿਹੜੇ ਡੇਰਿਆਂ ਵਾਲੇ ਆ, ਆਪਣੇ ਟਕਸਾਲਾਂ ਵਾਲੇ ਆ, ਉਹ ਵੀ ਕਹਿੰਦੇ ਵੀ ਗੁਰਬਾਣੀ ਆ ਪੜ੍ਹ ਕੇ ਆਪ ਤੋਂ ਗੁਰਬਾਣੀ ਆ ਕਹਿੰਦੀ ਹੈ। ਮੈਂ ਤੁਹਾਡੇ ਕੋਲ ਗੁਰਬਾਣੀ ਦੇ ਵਿੱਚੋਂ ਜਵਾਬ ਨਹੀਂ ਪੁੱਛ ਰਿਹਾ, ਮੈਂ ਜੋ ਤੁਸੀਂ ਮੰਨ ਰਹੇ ਹੋ ਤੁਹਾਡੇ ਆਪਣਾ ਜਵਾਬ ਪੁੱਛ ਰਿਹਾ। ਇੱਕ ਮਿੰਟ ਹੋਲਡ ਕਰਿਓ ਜੀ, ਕਹਿ ਰਿਹਾ ਤੁਸੀਂ ਗੁਰਬਾਣੀ ਪੜ੍ਹ ਕੇ ਸੁਣਾਓ। ਜੰਮੂ ਸਾਹਿਬ ਹੋਲਡ ਕਰਿਓ, ਆਪਣੇ ਨਾਲ ਇੱਕ ਕਾਲਰ ਹੋਰ ਨੇ, ਆਪਾਂ ਉਹਨਾਂ ਦੀ ਗੱਲ ਲੈ ਲਈ। ਠੀਕ ਹੈ, ਟਾਈਮ ਕਾਫੀ ਹੋ ਗਿਆ ਉਹਨਾਂ ਦੇ, ਬਸ 1 ਮਿੰਟ ਲਾਸਟ। ਨਾ ਤੂੰ ਮੇਰਾ ਵੀਰ ਜੇ ਭੱਜਣਾ ਭਾਜਾ, ਕੋਈ ਚੱਕਰ ਨਹੀਂ। ਭੱਜਣਾ ਨਹੀਂ ਮੈਂ ਦੱਸਦਾ ਇੱਕ ਅਕਾਲ ਪੁਰਖ ਪ੍ਰਮਾਤਮਾ ਰੱਬ ਸਵਰਗ ਨਰਕ ਨਾਂ ਦੀ ਕੋਈ ਬਿਮਾਰੀ ਨਹੀਂ ਹੈ, ਨਾ ਗੁਰੂ ਗ੍ਰੰਥ ਸਾਹਿਬ ਮੰਨਦਾ। ਉਹ ਝੁੱਡੂ ਦਾ ਗੁਰੂ ਗ੍ਰੰਥ ਸਾਹਿਬ ਹੈਗਾ ਸਾਰਾ ਕੁਝ ਇਹ। ਚੱਲ ਤੂੰ ਢੱਡਰੀ ਵਾਲਾ, ਢੱਡਰੀ ਦਾ ਕਹਿਦਾ ਪੜ ਜਾ ਕੇ। ਤੁਸੀਂ ਮੰਨ ਲਓ ਚਮਤਕਾਰ ਮੰਨਦੇ, ਤੁਸੀਂ ਮੰਨ ਲਓ ਨਹੀਂ ਚਮਤਕਾਰ ਮੂਰਖ ਬੰਦੇ ਨਾਲ, ਇਹ ਮੂਰਖ ਬੰਦਾ, ਇਹਦਾ ਫੋਨ ਕੱਟ ਦਿਓ ਵੀਰ ਜੀ, ਇਹਦਾ ਫੋਨ ਕੱਟੋ, ਮੂਰਖ ਬੰਦਾ ਹੈ ਇਹ। ਢੱਡਰੀ ਵਾਲੇ ਦੀ ਫੇੜਾ, ਇਹ ਢੱਡਰੀ ਵਾਲੇ ਦੀ ਕੋਈ ਗੱਲ ਸੁਣ, ਭੇੜ ਤੂੰ ਹੋਏਗਾ ਯਾਰ, ਤੂੰ ਭਗੋਤੀ ਦਾ ਭੇੜ ਹੋਏਗਾ ਤੇ ਭੇੜ ਹੋਏਗਾ। ਤੂੰ ਕਿਸੇ ਗੱਲ ਪਰ ਆਉਣਾ, ਤੂੰ ਕਿਸੇ ਗੱਲ ਪਰ ਵੀ ਨਹੀਂ ਆਇਆ, ਤੂੰ ਵਿਦਵਾਨ ਵੀ ਨਹੀਂ ਬਣਦਾ, ਤੂੰ ਕਹਿੰਦਾ ਮੈਂ ਇੱਕ ਸਿੰਪਲ ਬੰਦਾ, ਤੂੰ ਮੈਂ ਨਹੀਂ ਮੰਨਦਾ, ਮੈਂ ਆਪਣੀ ਗੱਲ ਕਰਨ ਦਿਆ ਯਾਰ, ਮੈਂ ਤੈਨੂੰ ਸਿਰਫ ਮਨਾਉਣ ਦਿਆ, ਐਦਾਂ ਥੋੜਾ ਮੈਂ ਨਹੀਂ ਮੰਨਣ ਦਿਆ। ਭਾਊ ਜਦੋਂ ਤੂੰ ਕਹਿਣਾ ਮੈਂ ਵਿਦਵਾਨ ਨਹੀਂ ਹੈਗਾ ਤੇ ਫਿਰ ਗੱਲ ਸੁਣ ਲੈ ਦੂਜੇ ਪਾਸੇ ਆਂਦੀ ਨਾ। ਜਿਹੜਾ ਬੰਦਾ ਕਹਿੰਦਾ ਮੈਂ ਵਿਦਵਾਨ ਨਹੀਂ, ਮੈਂ ਕੁਝ ਸਿੱਖਣ ਆਇਆ ਤੇ ਸੁਣ, ਜਦੋਂ ਤੈਨੂੰ ਦੱਸਣ ਲੱਗੀ ਤਾਂ ਫਿਰ ਤੂੰ ਕਹਿੰਦਾ ਮੈਂ ਮੰਨਦਾ ਨਹੀਂਗਾ। ਸਟੱਪਾ ਲਾਈ ਜਾਂਦਾ, ਚਾਹਤਾ ਕਿਸੇ ਸਟੱਪਾ ਲਾਈ ਜਾਂਦਾ, ਉਹਦੀ ਭੇਡ ਇੱਕ ਦਾ ਤੂੰ ਹੈ ਹੀ ਭੇਡ, ਮੈਂ ਆਪ ਕਹਿ ਰਿਹਾ ਭੇਡ, ਤੂੰ ਭੇੜਿਆ। ਤੈਨੂੰ ਮੈਂ ਕਿਹਾ ਵੀ ਗਿਆਨ ਗੁਰੂ ਨਹੀਂ ਹੈਗਾ, ਤੂੰ ਡਿਬੇਟ ਕਰਕੇ ਰਾਜੀ ਨਹੀਂ ਗਾ, ਗਿਆਨ ਆਟੋਮੈਟਿਕਲੀ ਜਿਹੜਾ ਕਹਿੰਦਾ ਇਹ ਸਦਾਈ ਆ, ਇਹਨੂੰ ਪਤਾ ਨਹੀਂ ਹੈ, ਤੈਨੂੰ ਮੂਰਖਾ ਇਹ ਭੇਡ ਤੂੰ ਸਮਝਦਾਰ ਤੂੰ ਆ ਇਸ ਦੁਨੀਆ ਪਰ। ਉਹ ਸਾਰੇ ਮੈਂ ਕਦੋਂ ਗਿਆ ਵਾ, ਮੈਂ ਸਮਝਦਾ ਹੈਗਾ, ਮੈਂ ਆਪਣੀ ਗੱਲ ਕਰਦਾ। ਤੂੰ ਭਰਾਵਾ ਕੋਈ ਗੱਲ ਮੰਨਣ ਨੂੰ ਤਿਆਰ ਵੀ ਨਹੀਂ ਹੈ, ਉਹ ਗੱਲ ਸੁਣਦਾ ਸਹੀ ਨਾ, ਤੂੰ ਆਪਣੀ ਸੁਣਾ ਠਰਮੇ ਨਾਲ ਗੱਲ ਸੁਣ ਤੂੰ ਨਾ ਵੀਰ, ਤੂੰ ਦੂਜੇ ਥਾਂ ਆਇਆ ਵਾ, ਭਾਵੇਂ ਕਈ ਆਂਦੇ ਆਦੇ ਪਾਗਲ ਆਏ ਏਦਾਂ ਤੂੰ ਗੱਲ ਸੁਣਦਾ ਰਹਿੰਦਾ ਉਹਨਾਂ ਦੇ ਉੱਥੇ। ਮੈਂ ਸਭ ਕੁਝ ਸੁਣ ਰਿਹਾ, ਅੱਜ ਤੱਕ ਸੁਣ ਰਹੇ ਆ, ਪਰ ਤੂੰ ਕੁਐਸਚਨ ਵੀ ਕਰਦਾ, ਉਸ ਗੱਲ ਤੇ ਆਉਂਦਾ ਵੀ ਨਹੀਂ, ਤੂੰ ਮੈਂ ਦੂਜੇ ਸਵਾਲ ਤੇ ਚਲੇ ਜਾਂਦਾ। ਜਦੋਂ ਤੂੰ ਕਿਸੇ ਦੀ ਗੱਲ ਨਾ ਕਦੇ ਕਿਸੇ ਦੀ ਗੱਲ ਨਾ ਕਰ, ਕੋਈ ਗੱਲ ਸੁਣ, ਪਿਆਰ ਨਾਲ ਗੱਲ ਸੁਣ, ਪਿਆਰ ਨਾਲ ਸਮਝਾ। ਤੂੰ ਤਾਂ ਆਪਣਾ ਧੱਕੇ ਨਾਲ ਥੋਪਦਾ ਵੀ ਮੇਰੀ ਗੱਲ ਮੰਨੋ, ਤੇਰੀ ਗੱਲ ਨਹੀਂ, ਏਦਾਂ ਕੋਈ ਨਹੀਂ ਕਰੀ। ਕਿਹੜਾ ਆਰਾਮ ਦਾ ਵੀ ਥੋਪਦਾ, ਮੈਂ ਆਪਣੀ ਗੱਲ ਕਰਦਾ ਤੇ ਮੈਂ ਨਹੀਂ ਮੰਨਦਾ ਇਦਾਂ। ਤੂੰ ਨਾ ਮੰਨ ਯਾਰ, ਨਾ ਮੰਨ ਯਾਰ, ਤੁਸੀਂ ਨਾ ਮੰਨੋ ਰੱਬ ਨੂੰ। ਮੈਂ ਨਹੀਂ ਕਹਿੰਦਾ ਤੁਸੀਂ ਰੱਬ ਨੂੰ ਮੰਨੋ, ਪਰ ਜਿਸ ਚੀਜ਼ ਨੂੰ ਤੁਸੀਂ ਮੰਨਦੇ ਹੋ ਉਹਦੇ ਬਾਰੇ ਜਵਾਬ ਤੇ ਦਿਓ। ਇਹ ਤਾਂ ਢੱਡਰੀ ਦੀ ਮੈਂ ਨਹੀਂ ਦਵਾਂਗਾ ਜਵਾਬ। ਜੇ ਵਿਦਵਾਨ ਜਵਾਬ ਦਊਗਾ ਫਿਰ ਸੁਣ ਲੈ ਇੱਧਰੋਂ ਜਵਾਬ ਜਿਹੜੇ ਜੰਮੂ ਨਹੀਂ ਦੇ। ਤੂੰ ਵਿਦਵਾਨ ਨਹੀਂ ਹੈਗਾ ਨਾ, ਤੇ ਸਵਾਲ ਜਿਹੜੇ ਕੀਤੇ ਨੇ ਜਵਾਬ ਸੁਣ ਤੇ ਆਪਣੇ ਘਰ ਨੂੰ ਜਾ। ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਜਿਸ ਗੱਲ ਨੂੰ ਮੰਨਦਾ ਵਾਂ, ਮੈਂ ਜਿਸ ਗੱਲ ਤੇ ਵਿਸ਼ਵਾਸ ਕਰਦਾ, ਉਹਦਾ ਮੈਂ ਜਵਾਬ ਨਹੀਂ ਦੇ ਸਕਦਾ। ਤੇ ਜੇ ਤੁਸੀਂ ਜਵਾਬ ਹੀ ਦੇ ਸਕਦੇ, ਤੁਹਾਨੂੰ ਇਹ ਤਾਂ ਕੋਈ ਗੱਲ ਸਮਝ ਹੀ ਨਹੀਂ ਆਈ, ਆਪ ਤੇ ਤਾਂ ਹੀ ਜਵਾਬ ਨਹੀਂ ਦੇ ਸਕਦੇ ਤੁਸੀਂ। ਨਹੀਂ, ਮੈਂ ਤਾਂ ਪੁੱਛਣ ਵਾਸਤੇ ਆਇਆ ਯਾਰ ਰਾਣੇ ਨੂੰ, ਵਿਦਵਾਨ ਸਾਹਿਬ ਜੀ ਤੁਸੀਂ ਆ ਕੇ ਲਿਆ ਕੇ ਤੁਹਾਨੂੰ ਦਸਾਤਾ ਨੇ, ਕਿਸੇ ਨੂੰ ਦਸਾਤਾ, ਤੂੰ ਆਪ ਫਸ ਗਿਆ ਆ। ਤੈਨੂੰ ਮੈਂ ਚੈਲੰਜ ਕਰਦਾ ਆ, ਤੂੰ ਡਿਬੇਟ ਕਰ, ਗਿਆਨ ਗੁਰੂ ਹੈ ਕਿ ਨਹੀਂ ਹੈ। ਤੂੰ ਕਹਿੰਦਾ ਆਟੋਮੈਟਿਕ ਇਹ ਡਿਬੇਟ ਕਰਨ ਦੀ ਲੋੜ ਹੀ ਨਹੀਂਗੀ, ਫਿਰ ਤੂੰ ਪੁੱਛਦਾ ਡਿਬੇਟ ਕੀ ਹੁੰਦੀ ਆ। ਤੈਨੂੰ ਉਹ ਸਮਝਾਤੀ, ਤੂੰ ਉਹਦੇ ਦੇ ਨਾਂ ਕਰੀ ਜਾਂਦਾ ਆ। ਤੂੰ ਕਿਸੇ ਪਾਸੇ ਖੜ ਤਾਂ ਸਹੀ। ਰਾਣਾ ਵੀਰ ਦੀ ਗੱਲ ਹੁਣ ਬਹੁਤ ਗੱਲ ਹੋ ਗਈ, ਤੁਸੀਂ ਪਤਾ ਕਿਹੜਾ ਇੱਕ ਮਿੰਟ ਉਸ ਗੱਲ ਦੇ ਬਾਰੇ ਇਹਨਾਂ ਨੂੰ ਆਪ ਨਹੀਂ ਪਤਾ, ਨਹੀਂ ਪਤਾ ਇਹਨੂੰ। ਬਹੁਤ ਗੱਲ ਹੋ ਗਈ, ਹੁਣ ਪਤਾ ਕੀ ਕੈਪਸ਼ਨ ਦੇ ਵਿੱਚ ਲਿਖਿਓ, ਆਹ ਵੇਖੋ ਜੀ ਉਹਦੀ ਭੇਡ ਆ, ਉਹ ਭੇਡ ਦੇ ਸਾਫ ਤੇ ਕਰਦੇ ਕਿ ਭੇਡ ਕਿਦੀ ਹੈ। ਕਨਫਿਊਜ਼ ਭੇਡ ਹੈ, ਕਨਫਿਊਜ਼ਡ। ਨਹੀਂ ਬਿਲਕੁਲ ਕਨਫਿਊਜ਼ ਨਹੀਂ ਲੱਗਦਾ, ਮੈਂ ਤਾਂ ਕਲੀਅਰ ਆਪਣਾ ਭਾਈ ਦੀ ਗੱਲ ਕਰ ਰਹੇ ਹਾਂ। ਹੁਣ ਤੁਸੀਂ ਇਹ ਗੱਲ ਕਹੀ ਹੈ ਮੇਰੇ ਕਲਾਸ ਦੇ ਵਿੱਚ ਕਿ ਮੈਂ ਜਿਸ ਗੱਲ ਦੇ ਉੱਪਰ ਵਿਸ਼ਵਾਸ ਕਰਦਾ ਵਾਂ, ਉਸ ਗੱਲ ਦੇ ਉੱਪਰ ਗੱਲ ਕਰਨ ਸੇ ਮੇਰੇ ਕੋਲ ਉਹ ਨਹੀਂ ਹੈ, ਆਰਗੂਮੈਂਟ ਨਹੀਂ ਹੈ। ਹੁਣ ਕਿਸੇ ਵਿਦਵਾਨ ਨੂੰ ਲਿਆਵਾਂਗਾ, ਉਹ ਗੱਲ ਕਰੇਗਾ, ਇਹ ਤਾਂ ਕੋਈ ਗੱਲ ਬਣੀ ਨਾ। ਮੈਂ ਵੀ ਵਿਦਵਾਨ ਨਹੀਂ ਹੁੰਦਾ, ਨਹੀਂ ਚਲੋ ਮੈਂ ਕਹਿੰਦਾ ਇਹ ਆਪ ਹੀ ਵਿਦਵਾਨ ਹੈ, ਇਹ ਆਪ ਹੀ ਬੜਾ ਵੱਡਾ ਵਿਦਵਾਨ ਹੈਗਾ, ਪਰ ਇਹ ਵੀ ਇਹ ਗਿਆਨ ਨੂੰ ਗੁਰੂ ਮੰਨਦਾ ਪਰ ਸਾਬਤ ਨਹੀਂ ਕਰ ਸਕਦਾ। ਇਹ ਉਹ ਗਿਆਨੀ ਹੈ। ਨਹੀਂ ਸਾਬਤ ਕਰਨ ਦੀ ਮੈਨੂੰ ਵੀ ਲੋੜ ਹੈ, ਤੂੰ ਕਰੇ ਨਹੀਂ ਸਕਦਾ, ਮੈਂ ਤਾਂ ਤੂੰ ਕਰੇ ਨਹੀਂ ਸਕਦਾ ਸਾਬਤ, ਇਸੇ ਕਰਕੇ ਤੈਨੂੰ ਭੇਡ ਕਹੀਦਾ ਆ। ਕੋਈ ਗੱਲ ਸੁਣਨੀ ਨਹੀਂ, ਇਹਨਾਂ ਨੇ ਗੱਲ ਨਹੀਂ ਮੰਨਣੀ, ਇਹਨਾਂ ਨੇ ਟਾਈਮ ਵੇਸਟ ਕਰਨਾ। ਨਹੀਂ ਰਾਣਾ ਜੀ
ਦੁਕਾਨਾਂ ਪਾਉਣੇ ਵਾਲੀ ਗੱਲ ਨਹੀਂ ਬਾਈ ਜੀ, ਤੁਸੀਂ ਕੋਈ ਗੱਲ ਨਹੀਂ, ਕਾਲ ਆਪਣੇ ਮਰਿੰਡਾ ਸਾਹਿਬ ਕਾਲ ਕੱਟ ਦਿਓ ਤੁਸੀਂ। ਇਹ ਇਹਨਾਂ ਨੇ ਐਂ ਜਲੂਸ ਬਣਾਉਣਾ ਇਹਨਾਂ ਨੇ ਢੱਡਰੀ ਨੇਕੀ ਦਾ। ਠੀਕ ਆ ਵੀਰ ਜੀ, ਮੈਂ ਹਾਂਜੀ, ਹਾਂ। ਨੇ ਕਿਤੇ ਗੱਲ ਹੀ ਨਹੀਂ ਕੀਤੀ ਵਿੱਚ। ਨਾ ਗੱਲ ਨਹੀਂ ਕੀਤੀ, ਪਰ ਤੂੰ ਜਦੋਂ ਸਾਰਿਆਂ ਦਾ ਤਾਂ ਨਾਂ ਲੈਤਾ, ਸੰਪਰਦਾਈ ਐਂ ਕਰਦੇ ਨੇ, ਟਕਸਾਲ ਵਾਲੇ ਐਂ ਕਰਦੇ ਨੇ, ਨਿਰੰਕਾਰੀ ਐਂ ਕਰਦੇ ਨੇ, ਉਹ ਜਿਹੜੇ ਨਰਕਧਾਰੀ ਨੇ ਐਂ ਕਰਦੇ ਨੇ, ਅਪਗ੍ਰੇਡਾਂ ਦਾ ਤੂੰ ਨਾਂ ਨਹੀਂ ਲਿਆ, ਜਿਹਦਾ ਤੂੰ ਨਾਂ ਨਹੀਂ ਲਿਆ ਤੇ ਉਹਨੂੰ ਤੂੰ ਬਿਲੋਂਗ ਕਰਦਾ ਹੈ, ਕਿਉਂਕਿ ਉਹਨੂੰ ਤੂੰ ਕਲੀਨ ਚਿੱਟ ਦੇਤੀ ਵਿੱਚੋਂ। ਰਾਣੇ ਮੈਂ ਨਹੀਂ ਉਹਨਾਂ ਨੂੰ ਕਿਹਾ ਵੀ ਐਂ ਕਰਦੇ ਨੇ ਐਂ ਕਰਦੇ, ਮੈਂ ਚਮਤਕਾਰਾਂ ਦੀ ਗੱਲ ਕੀਤੀ ਤੇ ਮੰਨਦੇ ਨੇ ਸਾਰੇ। ਵੀਰ ਜੀ ਗੱਲ ਸੁਣੋ, ਤੁਸੀਂ ਇਹ ਗੱਲ ਕਹੀ ਹੈ ਕਿ ਮੈਂ ਆਪਣੀ ਗੱਲ ਦਾ ਜਵਾਬ ਨਹੀਂ ਦੇ ਸਕਦਾ, ਕੋਈ ਵਿਦਵਾਨ ਆਏਗਾ। ਉਹ ਵਿਦਵਾਨ ਕਿਹੜੇ ਗਰੁੱਪ ਦਾ ਹੋਏਗਾ ਜਿਹੜਾ ਆਏਗਾ, ਇਹ ਦੱਸ ਦਿਓ ਚਲੋ। ਮੈਂ ਵਿਦਵਾਨ ਸਾਹਿਬ, ਮੈਂ ਕਦੋਂ ਕਿਹਾ ਵਿਦਵਾਨ ਆਏਗਾ? ਮੈਂ ਕਦੋਂ ਕਿਹਾ ਕਿਸੇ ਨੂੰ? ਵਿਦਵਾਨ ਹੀ ਜਵਾਬ ਦੇਗਾ। ਤੁਸੀਂ ਕਿਹਾ ਨਾ ਕੋਈ ਵਿਦਵਾਨ ਹੀ ਜਵਾਬ ਦੇਗਾ। ਜਿਵੇਂ ਤੁਸੀਂ ਆਪਣੀ ਗੱਲ ਦਾ ਜਵਾਬ ਆਪ ਦੇ ਦਿਓ ਨਾ, ਵਿਦਵਾਨ ਤੁਸੀਂ ਵੀ, ਤੁਸੀਂ ਆਪਣੀ ਗੱਲ ਦਾ ਜਵਾਬ ਆਪ ਦਿਓ, ਮੈਂ ਆਪਣੀ ਗੱਲ ਦਾ ਜਵਾਬ ਦੇ ਦੇਵਾਂਗਾ। ਦੱਸੋ ਮੈਂ ਕਿਹੜੀ ਗੱਲ ਦਾ ਜਵਾਬ ਚਾਹੀਦਾ? ਦੱਸੋ ਕਿਹੜੀ ਗੱਲ ਦਾ ਜਵਾਬ ਚਾਹੀਦਾ? ਲੈ ਆਪਣੇ ਦੇ ਮਤਲਬ ਗਿਆਨ ਗੁਰੂ ਸਾਬਤ ਕਰ ਦਿਓ, ਗਿਆਨ ਗੁਰੂ ਹੈਗਾ। ਨਹੀਂ ਮੈਂ ਤੁਹਾਨੂੰ ਪੁੱਛਿਆ ਕਿ ਕੁਦਰਤ ਦੇ ਨਿਯਮਾਂ ਦਾ ਕਾਰਜ ਖੇਤਰ ਸਾਰੇ ਜਿਹੜੇ ਚਲੋ ਜੰਮੂ ਸਾਹਿਬ ਤੁਸੀਂ ਕਰੋਗਾ ਜਰਾ। ਹਾਂ ਕੁਦਰਤ ਦੇ ਮੇਰਾ ਮੰਨਣਾ ਨਾ ਕਿ ਮੈਂ ਕਿਤੇ ਸਾਬਤ ਕਿਸ ਤਰ੍ਹਾਂ ਦਾ ਦੇਣਾ ਯਾਰ, ਮੈਨੂੰ ਸਮਝ ਨਹੀਂ ਆਉਂਦੀ ਕਿੱਦਾਂ ਸਾਬਤ ਕਰਦਾ। ਤੂੰ ਸਾਬਤ ਕਰੇ ਨਹੀਂ ਸਕਦਾ ਕਿ ਸਟੇਟਮੈਂਟ ਦੇਤੀ ਤੂੰ ਵੀ ਗਿਆਨ ਗੁਰੂ ਆ, ਠੀਕ ਆ, ਤੇ ਉਹਨੂੰ ਸਾਬਤ ਕਰਨਾ ਪੈਣਾ ਨਾ। ਥੋੜੋ ਕਹਿ ਕੇ ਤੂੰ ਕਹਿਤਾ ਤੇ ਅਸੀਂ ਮੰਨ ਲਿਆ, ਅਸੀਂ ਭੇਡਾਂ ਥੋੜੋ ਆ। ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗਿਆਨ ਮੰਨਦੇ, ਉਹਦੇ ਵਿੱਚ ਗਿਆਨ ਲਈਦਾ ਤੇ ਆਪਣੀ ਜ਼ਿੰਦਗੀ ਜੀਦੀ, ਬਸ ਵਧੀਆ, ਬਸ ਠੀਕ ਆ। ਹਾਂ ਗੁਰੂ ਗ੍ਰੰਥ ਸਾਹਿਬ ਗਿਆਨ ਦਿੰਦਾ। ਗੁਰੂ ਗ੍ਰੰਥ ਸਾਹਿਬ ਕਿਹਨੇ? ਗੁਰੂ ਗ੍ਰੰਥ ਸਾਹਿਬ ਆਪਣੇ ਆਪੇ ਪੈਦਾ ਹੋ ਗਿਆ ਗਿਆਨ ਦਿੰਦਾ ਨਾ। ਗੁਰੂ ਗ੍ਰੰਥ ਸਾਹਿਬ ਅਥਾਰਟੀ ਹੈ, ਉਹਦੇ ਵਿੱਚ ਜੋ ਲਿਖਿਆ ਸੀ ਉਸੇ ਨੂੰ ਗਿਆਨ ਮੰਨਦੇ ਆ ਨਾ। ਹਨਾ ਜੋ ਲਿਖਿਆ ਇਦਾਂ ਨਹੀਂ ਹੁੰਦਾ, ਜੋ ਲਿਖਿਆ ਅਸੀਂ ਗਿਆਨ ਲਈਦਾ, ਉਹ ਤੇ ਗੁਰੂ ਸਾਡਾ ਅਸੀਂ ਗਿਆਨ ਮੰਨਦੇ ਨਾ। ਤੇ ਗੁਰੂ ਗ੍ਰੰਥ ਸਾਹਿਬ ਮੰਨਦੇ ਪਾਸੇ ਮੰਨਦੇ ਆ ਗੁਰੂ ਗ੍ਰੰਥ ਸਾਹਿਬ। ਅਸੀਂ ਕਿਹੜਾ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ। ਨਹੀਂ ਤੁਸੀਂ ਤਾਂ ਕਈ ਕੁਛ ਕਹਿੰਦੇ ਨਾ, ਉਹ ਤਾਂ ਤੁਹਾਡੀ ਗੱਲ ਹੀ ਮੈਂ ਕਰਦਾ। ਗੁਰੂ ਗ੍ਰੰਥ ਸਾਹਿਬ ਚ ਕਹਿੰਦੇ ਆ, ਜੋ ਵੀ ਕਹਿੰਦੇ ਆ ਕੁਦਰਤ ਕਾਦਰ ਆ, ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆ ਕਾਦਰ ਆ। ਜਿਹੜਾ ਕਾਦਰ ਤੇ ਕੁਦਰਤ ਦੋ ਅਲੱਗ-ਅਲੱਗ ਚੀਜ਼ਾਂ ਨੇ। ਤੁਸੀਂ ਕੁਦਰਤ ਦੇ ਨਿਯਮਾਂ ਦਾ ਕਾਰਜ ਖੇਤਰ ਤੇ ਦੱਸੋ ਵੀਰ ਜੀ, ਮੈਂ ਬਾਰ-ਬਾਰ ਪੁੱਛ ਰਿਹਾ। ਨਹੀਂ ਤੁਸੀਂ ਦੱਸ ਦਿਓ ਨਾ, ਜਿਹੜਾ ਵੱਖਰਾ ਕਹਿੰਦੇ ਕੁਦਰਤ ਤੋਂ ਵੱਖਰਾ ਇੱਕ ਕਾਦਰ, ਉਹ ਕਾਦਰ ਦਾ ਕਾਰਜ ਖੇਤਰ ਕੀ ਦੱਸ ਦਿਓ ਤੁਸੀਂ। ਮੈਂ ਤਾਂ ਤੁਹਾਨੂੰ ਦੱਸਿਆ ਬਈ ਜੋ ਕੁਝ ਕੁਦਰਤੀ ਚ ਹੋ ਰਿਹਾ ਉਹ ਸਭ ਕੁਝ ਉਹਦਾ ਕਾਰਜ ਖੇਤਰ ਹੈ। ਉਹਦੇ ਕਾਰਜ ਖੇਤਰ ਤੋਂ ਬਾਹਰ ਕੁਝ ਵੀ ਨਹੀਂ ਹੈ। ਮੈਂ ਦੱਸਦੇ ਬੈਠਾ ਤੁਹਾਨੂੰ। ਹੁਣ ਤੁਸੀਂ ਕੁਦਰਤ ਦਾ ਕਾਰਜ ਖੇਤਰ ਦੱਸੋ। ਨਹੀਂ ਉਹ ਕਿਦਾਂ ਇਹ ਕਿਦਾਂ ਸਾਬਤ ਹੋ ਗਿਆ ਵੀ ਸਾਰਾ ਆਟੋਮੈਟਿਕ ਹੋ ਰਿਹਾ ਸਾਰਾ ਕੁਝ, ਤੇ ਉਹ ਸਾਬਤ ਹੋ ਗਿਆ ਜਿਵੇਂ ਤੁਸੀਂ ਆਟੋਮੈਟਿਕ ਗਿਆਨ ਨੂੰ ਗੁਰੂ ਤੁਸੀਂ ਮੇਰੀ ਗੱਲ ਨਾ ਮੰਨੋ ਨਾ। ਹੁਣ ਆਪਣੀ ਗੱਲ ਤੇ ਦੱਸੋ। ਤੁਸੀਂ ਮੇਰੀ ਗੱਲ ਤੁਸੀਂ ਮੈਨੂੰ ਕਿਹਾ, ਮੈਂ ਤੁਹਾਨੂੰ ਦੱਸਦਾ, ਤੁਸੀਂ ਮੇਰੀ ਗੱਲ ਨਹੀਂ ਮੰਨੀ। ਹੁਣ ਆਪਣੀ ਤੇ ਦੱਸੋ ਵੀ ਕੁਦਰਤ ਦਾ ਕਾਰਜ ਖੇਤਰ ਕੀ ਹੈ? ਨਹੀਂ ਕੁਦਰਤ ਨੇ ਇੱਕ ਨਿਯਮ ਬਣਿਆ ਜਾਂ ਨਿਯਮ ਦੇ ਵਿੱਚ ਚੱਲਣ ਦੇ, ਮੈਨੂੰ ਦੱਸਣ ਦੀ ਲੋੜ ਮੇਰੇ ਲਈ ਪਹਿਲਾਂ ਇਹ ਕਿਹਾ ਵੀ ਮੈਂ ਨਹੀਂ ਦੱਸ ਸਕਦਾ। ਆਪਣੀ ਮੈਂ ਗੱਲ ਰੱਖਣ ਦਿਆ ਵੀ ਮੈਂ ਨਹੀਂ ਏਦਾਂ ਦੀ ਚੀਜ਼ ਤੇ ਵਿਸ਼ਵਾਸ ਕਰਦਾ ਕਿ ਜਿਹੜੀ ਕੋਈ ਚੀਜ਼ ਬਾਹਰ ਬੈਠੀ ਹੈ, ਤੇ ਨਾ ਏਦਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਏਦਾਂ ਕੋਈ ਹੈਗੀ ਹੈ। ਬਾਹਰ ਤੇ ਅਸੀਂ ਵੀ ਨਹੀਂ ਗਿਆ ਕੁਝ ਬੈਠਾ ਗੁਰੂ ਗ੍ਰੰਥ। ਹਾਂਜੀ ਹਾਂ ਉਹ ਬਿਲਕੁਲ ਬਾਹਰ ਤੇ ਅਸੀਂ ਕਿਹੜਾ ਤੁਹਾਡੇ ਹਾਂ ਬਸ ਤੁਸੀਂ ਸਾਬਤ ਕਰਦੇ, ਤੁਹਾਨੂੰ ਕਰਨਾ ਜੇ ਬਸ। ਅਸੀਂ ਕਰਤਾ ਸਾਬਤ ਬਾਈ ਜੀ, ਅਸੀਂ ਸਾਬਤ ਜੋ ਕਰਨਾ ਸੀ ਕਰਤਾ। ਨੇਕੀ ਢੱਡਰੀ ਸਭ ਮੰਗ ਖਾਣੇ, ਜੋ ਇਹ ਦੂਜਿਆਂ ਨੂੰ ਕਹਿੰਦੇ ਨੇ ਉਹੀ ਆਪ ਨੇ। ਆਪ ਇਹ ਕਿਸੇ ਨਾਲ ਡਿਬੇਟ ਨਹੀਂ ਕਰ ਸਕਦੇ ਤੇ ਨਾ ਇਹ ਕਿਸੇ ਨੂੰ ਤਿਆਰ ਕਰ ਸਕਦੇ ਨੇ ਡਿਬੇਟ ਕਰਨ ਵਾਸਤੇ। ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਨਾ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੇ ਉਹਦੀ ਬਾਣੀ ਵਿੱਚ ਪੰਕਤੀ ਨੂੰ ਕਹਿ ਦੇਣਾ, ਤੁਸੀਂ ਖੋਲ ਕੇ ਚੈੱਕ ਕਰ ਲੈਣਾ। ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ। ਵੀ ਜਿਤਨਾ ਵੀ ਦਿਸਦੀ ਇਹ ਸ੍ਰਿਸ਼ਟੀ ਹੈ, ਇਹ ਸਾਰੀ ਹੀ ਕਾਲ ਦੇ ਵਿੱਚ ਹੈ, ਸਮੇਂ ਦੇ ਵਿੱਚ ਹੈ, ਸਮੇਂ 'ਚ ਖਤਮ ਹੋਣ ਵਾਲੀ ਹੈ। ਕਾਲ ਕੌਣ ਆ? ਮੈਨੂੰ ਕਾਲ ਕੌਣ ਆ? ਬ੍ਰਹਮਾ ਕੌਣ ਆ? ਵਿਸ਼ਨੂੰ ਦਾ ਕੋਈ ਸ਼ਕਤੀ ਕਰੀ ਟਾਈਮ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ। ਇਹ ਜਿਹੜਾ ਵੀ ਆਕਾਰ ਹੈ ਇਹ ਸਾਰਾ ਨਾਸ਼ਮਾਨ ਹੈ, ਇਹ ਜਮ ਦੇ ਚੀਰੇ ਵਿੱਚ ਹੈ। ਤੇ ਏਦਾਂ ਦੇ ਹਿੰਦੂ ਵੀ ਮੰਨਦੇ ਫਿਰ ਤਾਂ ਗੱਲ ਹੀ ਕੋਈ ਨਹੀਂ ਹੈ। ਹਿੰਦੂ ਸਾਰਾ ਕੁਝ ਹਿੰਦੂ ਕਹਿਣਗੇ ਕਿ ਖੂਨ ਵਿੱਚ ਏ ਬੀ ਪੋਜ਼ਿਟਿਵ ਹੁੰਦਾ ਹੈ, ਏ ਬੀ ਨੈਗੇਟਿਵ ਗਰੁੱਪ ਹੁੰਦਾ, ਤੇ ਸਿੱਖ ਵੱਖਰਾ ਖੂਨ ਦਾ ਗਰੁੱਪ ਤਿਆਰ ਕਰ ਲੈਣਗੇ। ਨਹੀਂ ਤੇ ਫਿਲਾਸਫਰ ਜਿਹੜੇ ਹੈਗੇ ਦੀਵਾਨ ਸਿੰਘ ਲੋਕ ਆਪਣੇ ਫਿਲਾਸਫੀ ਵੀ ਘੋੜ ਕੇ ਮਤਲਬ ਗਾਂਸਾਂ ਕਰਦੇ ਪਏ ਯਾਰ ਆਪਣਾ ਪੈਗ ਲਾ ਕੇ ਸੌ ਮੇਰਾ ਵੀਰ ਬਹੁਤ ਹੋ ਗਿਆ। ਬਲੱਡ ਦੇ ਕਈ ਗਰੁੱਪ ਹੁੰਦੇ ਨੇ ਤੇ ਸਿੱਖ ਕੀ ਕਹਿਣਗੇ ਕਿ ਹੁਣ ਹਿੰਦੂ ਬਲੱਡ ਦੇ ਕਈ ਗਰੁੱਪ ਦੱਸਦੇ ਨੇ, ਅਸੀਂ ਵੱਖਰੇ ਗਰੁੱਪ ਬਣਾਣੇ। ਹਾਂ ਉਹ ਮੰਨਦੇ ਹੋਣਗੇ, ਮੰਨੀ ਲੈਣ, ਉਹ ਮੰਨਣ। ਤੂੰ ਦੱਸ ਦੇ ਸਾਥ ਕਰੇ। ਠੀਕ ਆ, ਬਹੁਤ ਟਾਈਮ ਹੋ ਗਿਆ। ਹਾਂ ਬਹੁਤ ਟਾਈਮ ਹੋ ਗਿਆ। ਪੈਗ ਲਾ ਮੋਟਾ ਜਿਹਾ ਤੇ ਸੌਂ ਜਾ, ਵਧੀਆ ਰਹੇਗਾ। ਹੈਲੋ।